ਕੀ ਫਤਿਹ। ਧੰਨਵਾਦ ਗੁਰਮੁਖ ਪਿਆਰਿਓ। ਗੁਰੂ ਜੀ ਦੀ ਸਾਜੀ ਅਤੇ ਨਵਾਜੀ। ਗੁਰੂ ਰੂਪ, ਗੁਰੂ ਪਿਆਰੀ, ਗੁਰੂ ਖਾਲਸਾ, ਸਾਧ ਸੰਗਤ ਜੀਓ। ਆਪਾਂ ਜੀਵ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਹਰ ਰੋਜ਼ ਆਪਣੇ ਸਵਾਸਾਂ ਨੂੰ ਸਫਲਿਆਂ ਕਰਨ ਦਾ ਮੌਕਾ ਮਿਲਦਾ ਹੈ। ਸੱਚ ਦੀ ਸੰਗਤ ਪ੍ਰਾਪਤ ਹੁੰਦੀ ਹੈ। ਗੁਰਮੁਖ ਪਿਆਰਿਓ, ਮਾਲਕ ਜਿਨ੍ਹਾਂ ਮਨ ਬੱਚਿਆਂ ਤੇ ਆਪ ਟੁੱਟ ਕੇ ਘਨੇਰੀ ਨਦਰ ਕਰਦੇ ਨੇ, ਗੁਰਮੁਖ ਪਿਆਰਿਓ, ਉਹੀ ਮਨ ਬੱਚੇ ਸੱਚ ਦੀ ਸੰਗਤ ਦੇ ਵਿੱਚ ਆ ਕੇ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੇ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਜਿਤ ਕਰ ਅਨਹਦ ਵਾਜੇ। ਹੁਣ ਗੁਰਮੁਖ ਪਿਆਰਿਓ, ਸੰਗਤ ਦਾ ਸਾਡੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ। ਹੁਣ ਜੇਕਰ ਆਪਾਂ ਅਕਾਲ ਪੁਰਖ ਵਾਹਿਗੁਰੂ ਜੀ ਮਾਲਕ ਦੀ ਸੰਗਤ ਦੇ ਵਿੱਚ ਰਹਿੰਦੇ ਹਾਂ, ਗੁਰਮੁਖ ਪਿਆਰਿਓ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਰਹਿੰਦਿਆਂ ਹੋਇਆਂ ਸੱਚ ਨੂੰ ਦ੍ਰਿੜ ਕਰਦੇ ਆ, ਸੱਚ ਦੇ ਉਪਦੇਸ਼ ਨੂੰ ਸੱਤ-ਸੱਤ ਕਰਕੇ ਮੰਨਦੇ ਆ, ਗੁਰਮੁਖ ਪਿਆਰਿਓ। ਹੁਣ ਮਾਲਕ ਦੀ ਸੰਗਤ ਦੇ ਵਿੱਚ ਰਹਿਣ ਤੋਂ ਭਾਵ ਹੈ ਜਦੋਂ ਸਾਡਾ ਮਨ ਸਹਿਜ ਦੇ ਵਿੱਚ ਰਹਿੰਦਾ। ਸਹਿਜ ਗੁਫਾ ਦੇ ਵਿੱਚ ਮਾਲਕ ਆਪ ਤਾੜੀ ਲਾ ਕੇ ਬੈਠੇ ਨੇ, ਆਪ ਆਸਣ ਲਾ ਕੇ ਬੈਠੇ ਆ, ਗੁਰਮੁਖ ਪਿਆਰਿਓ। ਤੇ ਸਾਡਾ ਮਨ ਜਦੋਂ ਸਹਿਜ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ, ਸਹਿਜ ਦੇ ਨਾਲ ਮਿਲਾਪ ਕਰਕੇ, ਸੱਚ ਦੇ ਨਾਲ ਮਿਲਾਪ ਕਰਕੇ, ਉਹ ਆਪਣੇ ਆਪ ਨੂੰ ਖੋਜਦਾ ਜਾਂਦਾ, ਉਹਨਾਂ ਪੁਆਇੰਟਸ ਨੂੰ ਦ੍ਰਿੜ ਕਰਦਾ ਜਾਂਦਾ। ਉਹ ਸਾਰਾ ਹੀ ਜੋ ਗਿਆਨ ਭੰਡਾਰਾ ਨਿਧਾਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਾਂ ਨੂੰ ਅੰਦਰ ਦੇ ਕੇ ਭੇਜਿਆ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ। ਹੁਣ ਉਹ ਜੋ ਬ੍ਰਹਿਮੰਡ ਦਾ ਇਹ ਨਕਸ਼ਾ, ਇਹ ਪਿੰਡ, ਗ੍ਰਹਿ, ਮੰਦਰ, ਗੁਰਦੁਆਰਾ, ਇਹ ਸਰੀਰ, ਕਿਲਾ, ਗੁਰਬਾਣੀ ਗੁਰੂ ਦੇ ਵਿੱਚ ਇਸ ਕਾਇਆ ਨੂੰ ਬਹੁਤ ਹੀ ਨਾਮਾਂ ਦੇ ਨਾਲ ਪੁਕਾਰਿਆ ਹੋਇਆ, ਇਸ ਨੂੰ ਖੇਤ ਵੀ ਕਿਹਾ ਗਿਆ। ਹੁਣ ਗੁਰਮੁਖ ਪਿਆਰਿਓ, ਮਹਾਰਾਜ ਨੇ ਸਾਨੂੰ, ਅਸੀਂ ਬਾਰ-ਬਾਰ ਇਹ ਲੈਸਨ ਕਿਉਂ ਦ੍ਰਿੜ ਕਰਦੇ ਹਾਂ ਹਰ ਰੋਜ਼, ਤਾਂ ਜੋ ਸਾਡਾ ਮਨ ਹਰ ਰੋਜ਼ ਭੁੱਲਦਾ। ਕਈ ਵਾਰ ਗੁਰਮੁਖਾਂ ਦੇ ਮਨ ਦੇ ਵਿੱਚ ਸੰਗਤ ਦੇ ਕੁਐਸਚਨ ਆ ਜਾਂਦਾ ਕਿ ਇਹ ਹਰ ਰੋਜ਼ ਹੀ ਖੋਜ ਦੀ ਵਿਚਾਰ ਕਰਦੇ ਰਹਿੰਦੇ ਆ, ਇਹਨਾਂ ਦੀ ਸਾਰਿਆਂ ਦੀ ਇੱਕ ਹੀ ਟੌਪਿਕ ਹੁੰਦਾ ਜਾਂ ਇੱਕ ਹੀ ਡਿਸਕਸ਼ਨ ਹੁੰਦੀ ਆ, ਮਨ ਦੀ ਖੋਜ, ਤਨ ਦੀ ਖੋਜ, ਨਾਮ ਦਾ ਭੇਦ, ਮਾਲਕ ਦੀ ਵਡਿਆਈ, ਸਿਮਰਨ ਕਿਵੇਂ ਕਰਨਾ, ਪਾਉਣ ਨੂੰ ਕਿਵੇਂ ਸਮ ਕਰਨਾ। ਇਹ ਰੋਜ਼ ਆਪਣਾ ਜਿਵੇਂ-ਜਿਵੇਂ ਮਾਲਕ ਜਣਾਉਂਦੇ ਜਾਂਦੇ ਨੇ, ਗੁਰਮੁਖ ਪਿਆਰਿਓ, ਹੋਰ ਬਰੀਕੀਆਂ ਗੁਰਮੁਖਾਂ ਦੇ ਪਾਸੋਂ ਉਹਨਾਂ ਦੀ ਰਸਨਾ ਦਾ ਇਸਤੇਮਾਲ ਕਰਦੇ ਹਾਂ। ਆਪਾਂ ਆਪਣੇ-ਆਪਣੇ ਮਨ ਨੂੰ ਹਰ ਰੋਜ਼ ਸਮਝਾਉਣਾ, ਕਿਉਂਕਿ ਗੁਰਮੁਖ ਪਿਆਰਿਓ, ਆਪਦੀ ਮੱਤ ਨੂੰ ਤਿਆਗਦੇ ਹੋਏ ਜਦੋਂ ਆਪਾਂ ਗੁਰਮਤਿ ਦੇ ਅਨੁਸਾਰ ਚੱਲਦੇ ਹਾਂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਚ ਆਉਂਦੇ ਆ। ਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਸਾਡਾ ਜੋ ਮਨ ਹੈ, ਜਦੋਂ ਪਾਉਣ ਦੇ ਨਾਲ ਹਰ ਰੋਜ਼ ਸੰਪਰਕ ਕਰਦਾ, ਜਦੋਂ ਲੋਕ ਦੇ ਵਿੱਚ ਆਉਂਦਾ ਤੇ ਇਹ ਖੇਡ ਸ਼ੁਰੂ ਹੋ ਜਾਂਦਾ, ਦਿਵਸ ਰਾਤ ਦੁਇ ਦਾਇਆ ਖੇਲਾ ਸਗਲ ਜਗਤ, ਸਾਰਾ ਸੰਸਾਰ ਖੇਡ ਰਿਹਾ। ਹੁਣ ਗੁਰਮੁਖ ਪਿਆਰਿਓ, ਇੱਥੇ ਇੱਕ ਬਹੁਤ ਹੀ ਬਰੀਕੀ ਦਾ ਪੁਆਇੰਟ ਹੈ। ਆਪਾਂ ਰੋਜ਼ ਕਿਉਂ ਗੁਰਮੰਤਰ ਦ੍ਰਿੜ ਕਰਨਾ, ਰੋਜ਼ ਪਾਉਣ ਨੂੰ ਸਮ ਕਿਉਂ ਕਰਨਾ, ਰੋਜ਼ ਅਕਥ ਕਹਾਣੀ ਕਿਉਂ ਸੁਣਨੀ, ਰੋਜ਼ ਸਤ ਸੰਗਤ ਵਿੱਚ ਜਾ ਕੇ ਸੱਚ ਦਾ ਗਿਆਨ ਪ੍ਰਾਪਤ ਦ੍ਰਿੜ ਕਿਉਂ ਕਰਨਾ, ਕਿਉਂ ਸਾਡੇ ਵਾਸਤੇ ਜ਼ਰੂਰੀ ਹਰ ਰੋਜ਼ ਨਿਤਨੇਮ ਕਰਨਾ, ਹਰ ਰੋਜ਼ ਗੁਰਬਾਣੀ ਨੂੰ ਪੜ੍ਹਨਾ, ਮਹਾਰਾਜ ਦੀ ਸ਼ਰਨ ਦੇ ਵਿੱਚ ਜਾਣਾ ਕਿਉਂ ਜ਼ਰੂਰੀ ਆ ਹਰ ਰੋਜ਼। ਕਿਉਂਕਿ ਗੁਰਮੁਖ ਪਿਆਰਿਓ, ਇਹਨਾਂ ਨੇ ਹਰ ਰੋਜ਼ ਜਦੋਂ ਮਾਲਕ ਸਾਨੂੰ ਪਾਉਣ ਦੇ ਕੇ ਇਸ ਸੰਸਾਰ ਦੇ ਵਿੱਚ ਭੇਜਦੇ ਆ, ਤੇ ਇਹ ਜੋ 5 ਜਾਣੇ ਨੇ ਹਰ ਰੋਜ਼ ਹੀ ਸਾਨੂੰ ਭੁਲਾ ਦਿੰਦੇ ਨੇ।
ਇਹਨਾਂ ਦਾ ਜੋ ਕਾਰਜ ਹੈ, ਜੋ ਇਹਨਾਂ ਨੂੰ ਡਿਊਟੀ ਲੱਗੀ ਹੋਈ ਆ ਪ੍ਰਮਾਤਮਾ ਦੇ ਵੱਲੋਂ, ਕਾਲ ਨੂੰ ਡਿਊਟੀ ਆ ਕਿ ਮੇਰੇ ਮਨ ਬੱਚੇ ਨੂੰ ਤੁਸੀਂ ਭੁਲਾਉਣਾ, ਕਿਉਂਕਿ ਇਹ ਖੇਡ ਆ, ਇਹ ਖੇਡ ਚੱਲ ਰਿਹਾ। ਤੇ ਹੁਣ ਗੁਰਮੁਖ ਫਿਰ ਇਹਨਾਂ ਦੀ ਇਹ ਆਪਦੀ ਡਿਊਟੀ ਲਗਾਤਾਰ ਕਰਦੇ ਨੇ ਬੜੀ ਇਮਾਨਦਾਰੀ ਦੇ ਨਾਲ। ਇਹਨਾਂ ਨੇ ਮਾਲਕ ਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਇਹਨਾਂ ਨੂੰ ਡਿਊਟੀਆਂ ਮਿਲੀਆਂ ਹੋਈਆਂ, ਇਹਨਾਂ ਨੇ ਸਾਨੂੰ ਭੁਲਾਉਣਾ। ਸਾਨੂੰ ਸਾਡੇ ਘਰ ਦਾ ਗਿਆਨ ਭੁਲਾ ਦੇਣਾ, ਸਾਨੂੰ ਜੋ ਅਸੀਂ ਸੱਚ ਦੀ ਸੰਗਤ ਦੇ ਵਿੱਚੋਂ ਦ੍ਰਿੜ ਕੀਤਾ ਉਹ ਭੁਲਾ ਦੇਣਾ। ਉਹ ਭੁਲਾਉਂਦੇ ਕਿਵੇਂ ਨੇ? ਕਿਵੇਂ ਭੁੱਲਦੇ ਆ ਗੁਰਮੁਖ ਪਿਆਰਿਓ? ਕਈ ਆਪਣਾ ਪਰਸਨਲ ਸਾਰਿਆਂ ਦਾ ਪ੍ਰੈਕਟੀਕਲ ਹੁੰਦਾ ਕਿ ਗੁਰਮੁਖ ਆਪਾਂ ਨੂੰ ਸੱਚ ਦੇ ਸਕੂਲ ਦੇ ਵਿੱਚ ਲੈਸਨ ਦਿੰਦੇ ਆ, ਦ੍ਰਿੜ ਕਰਾਉਂਦੇ ਆ ਵੀ ਤੁਸੀਂ ਸਾਸ ਗ੍ਰਾਸ ਸਿਮਰਨ ਕਰਦਿਆਂ ਹੋਇਆਂ ਸਿਮਰ ਸਿਮਰ ਹਰਿ ਕਾਰਨ ਕਰਨਾ, ਕਿ ਜਦੋਂ ਤੁਸੀਂ ਰਜੋ ਤਮੋ ਤੇ ਕਰਮ ਤੇ ਜਾਂਦੇ ਹੋ ਤੇ ਧਰਮ ਨੂੰ ਬਰਾਬਰ ਰੱਖਦੇ ਹੋਏ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨਾ ਤਾਂ ਜੋ ਤੁਹਾਡੇ ਸਵਾਸ ਸਮ ਰਹਿਣ, ਪੌਣ ਸਮ ਰਵੇ। ਜਦੋਂ ਸਾਡੀ ਪੌਣ ਸਮ ਰਹੇਗੀ, ਸਹਿ ਸੁਭਾਈ ਗੁਰਮੁਖ ਪਿਆਰਿਓ ਮਾਲਕ ਦਾ ਸੁਭਾਅ ਹੈ ਥਿਰ, ਸਹਿਜ, ਸਹਿ ਸੁਭਾਈ ਅਸੀਂ ਮਾਲਕ ਦੇ ਸਨਮੁਖ ਰਵਾਂਗੇ। ਸਹਿਜ ਸੁਭਾਏ ਹੀ ਸਾਡਾ ਜੋ ਮਨ ਹੈ ਉਹ ਵਿਚਾਰਾਂ ਤੋਂ ਰਹਿਤ ਰਹੇਗਾ। ਜਦੋਂ ਵਿਚਾਰਾਂ ਤੋਂ ਰਹਿਤ ਰਹੇਗਾ ਤੇ ਫਿਰ ਜੋ ਕਰਮ ਤੇ ਲੇਖੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਰਮਾਂ ਦੇ ਅਨੁਸਾਰ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਿਛੜ ਜਾਂਦੇ ਆ। ਇਸੇ ਕਰਕੇ ਉਹਨਾਂ ਨੇ ਕਿਹਾ ਵੀ ਉਹ ਕਿਹੜੇ ਕਰਮ ਨੇ ਜਿਨ੍ਹਾਂ ਦੇ ਕਾਰਨ ਸਾਡਾ ਮਾਲਕ ਤੋਂ ਵਿਛੋੜਾ ਪੈ ਗਿਆ ਤੇ ਹੁਣ ਤੁਸੀਂ ਕਿਰਪਾ ਕਰੋ ਸਾਨੂੰ ਆਪਣੇ ਆਪ ਦੇ ਨਾਲ ਮਿਲਾ ਲਓ। ਹੁਣ ਗੁਰਮੁਖ ਪਿਆਰਿਓ ਸਾਡਾ ਮਨ ਭੁੱਲਦਾ ਆ, ਕਰਮ ਦੇ ਵਿੱਚ ਫਸ ਜਾਂਦਾ ਕਿਉਂਕਿ ਮਾਲਕ ਨੇ ਸਿਸਟਮ ਸਹਿਜ ਸੁਭਾਏ ਬਣਾਇਆ ਹੋਇਆ। ਨਾ ਅਸੀਂ ਸਿਸਟਮ ਨੂੰ ਤਿਆਰ ਕੀਤਾ, ਨਾ ਅਸੀਂ ਮਾਇਆ ਤਿਆਰ ਕੀਤੀ, ਨਾ ਅਸੀਂ ਮਾਇਆ ਦੇ ਰੂਲਸ ਰੈਗੂਲੇਸ਼ਨਸ ਇਹਨਾਂ ਦੀ ਲਿਮਿਟੇਸ਼ਨਸ ਜਾਂ ਕੁਛ ਵੀ ਅਸੀਂ ਨਹੀਂ ਤਿਆਰ ਕੀਤਾ, ਸਾਨੂੰ ਨਹੀਂ ਪਤਾ। ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਆਪਣੇ ਆਪ ਤੋਂ ਮਾਇਆ ਨੂੰ ਤਿਆਰ ਕੀਤਾ, ਆਪਣੇ ਆਪ ਤੋਂ ਮਾਲਕ ਨੇ ਖੇਡ ਤਿਆਰ ਕੀਤਾ। ਹੁਣ ਰਜਗੁਣ, ਤਮਗੁਣ, ਸਤਗੁਣ ਇਹ ਕਹੀਏ ਤੇਰੀ ਸਭ ਮਾਇਆ, ਮਾਲਕ ਦੀ ਮਾਇਆ ਆ, ਮਾਲਕ ਨੇ ਆਪਣੇ ਆਪ ਤੋਂ ਇਹਨੂੰ ਤਿਆਰ ਕੀਤਾ। ਇਹਦੇ ਵਿੱਚ ਰੂਲਸ ਰੈਗੂਲੇਸ਼ਨਸ ਜੋ ਨੇ ਉਹ ਵੀ ਮਾਲਕ ਨੇ ਆਪਣੇ ਆਪ ਹੀ ਆਪਦੀ ਮਰਜ਼ੀ ਦੇ ਅਨੁਸਾਰ ਕਿਸੇ ਦੀ ਸਲਾਹ ਨਹੀਂ ਲਈ, ਆਪ ਤਿਆਰ ਕੀਤੇ ਨੇ। ਹੁਣ ਸਾਨੂੰ ਜੋ ਸਰੀਰ ਹੀ ਇਹੋ ਜਿਹਾ ਦੇ ਦਿੱਤਾ ਏ, ਜੋ ਦੁਰਲੱਭ ਦੇਹ ਸਾਨੂੰ ਮਾਲਕ ਨੇ ਦਿੱਤੀ। ਗੁਰਮੁਖ ਪਿਆਰਿਓ ਸਾਨੂੰ ਕਰਮ ਇੰਦਰੇ ਦਿੱਤੇ ਨੇ, ਸਾਨੂੰ ਗਿਆਨ ਇੰਦਰੇ ਦਿੱਤੇ, ਸਾਨੂੰ ਸੋਝੀ ਦਿੱਤੀ ਆ। ਹੁਣ ਸਹਿਜ ਸੁਭਾਏ ਹੀ ਜਦੋਂ ਸਾਡਾ ਮਨ ਪਾਉਣ ਦੇ ਨਾਲ ਮਿਲਦਾ ਗੁਰਮੁਖ ਪਿਆਰਿਓ, ਇੱਥੋਂ ਸਾਡਾ ਹਰ ਰੋਜ਼ ਖੇਡ ਸਟਾਰਟ ਹੁੰਦਾ। ਹੁਣ ਸਾਨੂੰ 84 ਲੱਖ ਜੂਨ ਤੋਂ ਅਲੱਗ ਕਿਉਂ ਬਣਾਇਆ? ਸਾਨੂੰ ਕਿਉਂ ਵਾਰੀ ਦਿੱਤੀ? ਸਾਨੂੰ ਕਿਉਂ ਮੌਕਾ ਬਖਸ਼ਿਸ਼ ਕੀਤਾ? ਕਿਉਂਕਿ ਜੋ ਸਾਡੇ ਕਰਮ ਇੰਦਰੇ ਨੇ ਗੁਰਮੁਖ ਪਿਆਰਿਓ, ਉਹ ਸਹਿਜ ਸੁਭਾਏ ਹੀ ਅਜਿਹੇ ਨੇ ਜਿਸ ਦੇ ਦੁਆਰਾ ਅਸੀਂ ਕਰਮ ਤੇ ਧਰਮ, ਧਰਮ ਕੀ ਆ? ਨਾਮ, ਮਾਲਕ ਦੇ ਨਾਲ ਮਿਲਾਪ ਦੇ ਜਦੋਂ ਅੰਤਰਗਤ ਰਸਤੇ ਤੇ ਆਪਾਂ ਚੱਲਦੇ ਹਾਂ। ਤੇ ਹੁਣ ਗੁਰਮੁਖ ਪਿਆਰਿਓ ਕਰਮ ਤੇ ਧਰਮ ਨੂੰ ਬਰਾਬਰ ਦੇ ਵਿੱਚ ਆਪਾਂ ਹੰਢਾ ਸਕਦੇ ਹਾਂ। ਹੁਣ ਚਾਰ ਪਦਾਰਥਾਂ ਦਾ ਜੋ ਧਨ ਹੈ, ਉਸਦੀ ਜੋ ਸੋਝੀ ਹੈ, ਉਹ ਮਾਲਕ ਨੇ ਮਨੁੱਖ ਨੂੰ ਦਿੱਤੀ ਆ। ਇਸ ਕਰਕੇ 84 ਲੱਖ ਜੂਨ ਦੇ ਵਿੱਚੋਂ ਮਨੁੱਖ ਜਨਮ ਨੂੰ ਸਰਬ ਉੱਤਮ ਜੋ ਜਾਮਾ ਹੈ ਉਹ ਦਿੱਤਾ, ਨਾਲ ਮੌਕਾ ਬਖਸ਼ਿਆ, ਬਾਰੀ ਬਖਸ਼ੀ ਹੈ ਸਾਨੂੰ ਕਿ ਇਸ ਜਨਮ ਦੇ ਵਿੱਚ ਰਹਿੰਦਿਆਂ ਤੁਸੀਂ ਮਾਲਕ ਨਾਲ ਮਿਲਾਪ ਕਰਨਾ। ਸਾਨੂੰ ਰਸਨਾ ਅਜਿਹੀ ਦਿੱਤੀ ਜਿਸ ਦੇ ਦੁਆਰਾ ਅਸੀਂ ਵੇਦਾਂ ਦਾ, ਸ਼ਾਸਤਰਾਂ ਦਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੜ੍ਹ ਕੇ ਵਿਚਾਰ ਸਕਦੇ ਹਾਂ। ਅਸੀਂ ਅਕੱਥ ਦੀ ਕਹਾਣੀ, ਮਾਲਕ ਦੇ ਗੁਣ ਗਾ ਸਕਦੇ ਹਾਂ, ਮਾਲਕ ਦੀ ਸਿਫਤ ਸਲਾਹ ਕਰ ਸਕਦੇ। ਦੂਸਰੀਆਂ ਜੂਨਾਂ ਨੂੰ ਮਾਲਕ ਨੇ ਇਹਨਾਂ ਤੋਂ ਵਾਂਝਾ ਰੱਖਿਆ ਹੋਇਆ, ਉਹਨਾਂ ਨੂੰ ਇਹੋ ਜਿਹੇ ਕਰਮ ਇੰਦਰੇ ਜਾਂ ਗਿਆਨ ਇੰਦਰੇ ਨਹੀਂ ਦਿੱਤੇ। ਸੋ ਇਹ ਸਾਨੂੰ ਅਲੱਗ ਕਰਦਾ। ਕਈ ਵਾਰ ਅਸੀਂ ਵਿਚਾਰ ਕਰਦੇ ਹਾਂ, ਆਪਾਂ ਜੋਪਨ ਵਿਚਾਰ ਕਰਦੇ ਕਿ ਗੁਰਮੁਖਾਂ ਦੇ, ਕਈ ਵਾਰ ਅਸੀਂ ਗੁਰਮੁਖਾਂ ਨਾਲ ਵਿਚਾਰ ਕਰਦੇ ਵੀ ਤੁਸੀਂ ਸਿਮਰਨ ਕਰਿਆ ਕਰੋ, ਹਨਾ, ਕਿ ਵੀ ਗੁਰਮੁਖਾਂ ਦੇ ਤੁਸੀਂ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ 'ਚ ਜਾਓਗੇ, ਮਹਾਰਾਜ ਦੇ ਦਾ ਜੋ ਅਸਲ ਨਿਚੋੜ ਆ ਗੁਰਬਾਣੀ ਦਾ, ਉਹ ਹੈ ਨਾਮ।
ਤੁਸੀਂ ਜਦੋਂ ਵੀ ਗੁਰੂ ਸਾਹਿਬਾਨ ਜੀ ਦੇ ਸਨਮੁਖ ਬੈਠ ਕੇ ਵਿਚਾਰਦੇ, ਭਗਤ ਸਾਹਿਬਾਨ ਜੀ ਦੇ, ਉਹਨਾਂ ਨੇ ਸਾਰੀ ਕਹਾਣੀ ਸਮਝਾ ਕੇ ਐਂਡ 'ਚ ਸਾਨੂੰ ਇਹ ਦੱਸਣਾ ਹੀ ਦੱਸਣਾ ਕਿ ਤੁਸੀਂ ਮਾਲਕ ਤੋਂ ਵਿਛੜੇ ਨਾਮ ਦੇ ਦੁਆਰਾ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹੋ। ਸਾਨੂੰ ਮਨਮੁਖ ਜੀਵਨ, ਗੁਰਮੁਖ ਜੀਵਨ ਦੀਆਂ ਵੀ ਉਦਾਹਰਨਾਂ ਦਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਸਾਨੂੰ ਸਾਡੀ ਭਾਸ਼ਾ ਦੇ ਵਿੱਚ ਰੋਜ਼ਮर्रा ਦੀ ਜ਼ਿੰਦਗੀ ਦੇ ਨਾਲ ਸਾਨੂੰ ਸੌਖਾ ਕਰਕੇ ਵੀ ਸਮਝਾਉਂਦੇ ਨੇ। ਸਾਨੂੰ ਇਹ ਵੀ ਦੱਸਦੇ ਨੇ ਕਿ ਜੇ ਤੁਸੀਂ ਮਾਲਕ ਤੋਂ ਭੁੱਲੇ ਰਹਿ ਗਏ, ਤੁਹਾਡੀ ਲਿਵ ਟੁੱਟੀ ਰਹਿ ਗਈ ਤੇ ਤੁਹਾਨੂੰ ਕਿਹੋ ਜਿਹੀ ਸਜ਼ਾ ਮਿਲਦੀ ਆ। ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਨ ਦੇ ਰਸਤੇ ਤੇ ਤੁਰਦੇ ਹੋ ਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਕੀ ਨਿਸ਼ਾਨੀਆਂ ਪ੍ਰਗਟ ਹੁੰਦੀਆਂ, ਉਹਨਾਂ ਨੂੰ ਕਿਵੇਂ ਤੁਸੀਂ ਪਕੜਨਾ ਤੇ ਤੁਹਾਨੂੰ ਦਰਗਾਹ ਦੇ ਵਿੱਚ ਕਿਵੇਂ ਮਾਨ ਸਨਮਾਨ ਮਿਲਦਾ, ਤੁਹਾਡੀ ਟੁੱਟੀ ਗੰਢੀ ਜਾਂਦੀ। ਇਹ ਸਾਰਾ ਗਿਆਨ ਬਰੀਕੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ। ਹੁਣ ਜਦੋਂ ਆਪਾਂ ਗੁਰਮੁਖਾਂ ਦੇ ਨਾਲ ਵਿਚਾਰ ਕਰਦੇ ਹਾਂ, ਬਹੁ ਗਿਣਤੀ ਜੋ ਗੁਰਮੁਖ ਨੇ, ਉਹ ਕਰਮ ਦੇ ਨਾਲ ਕਾਫ਼ੀ ਹੱਦ ਤੱਕ ਜੁੜੇ ਹੁੰਦੇ ਆ। ਉਹ ਕਹਿੰਦੇ ਵੀ ਸਾਡੀ ਲਾਈਫ ਬਹੁਤ ਬਿਜ਼ੀ ਆ। ਕਿ ਅਸੀਂ ਜੋਬ ਕਰਦੇ ਹਾਂ ਜਾਂ ਘਰ ਦਾ ਕੰਮ ਕਰਦੇ ਹਾਂ ਜਾਂ ਸਾਡੇ ਤੇ ਜ਼ਿੰਮੇਵਾਰੀਆਂ ਬਹੁਤ ਨੇ, ਹਨਾ? ਵੀ ਇਸ ਕਰਕੇ ਆਪਾਂ ਕਿਸੇ ਦਾ ਮਾੜਾ ਨਹੀਂ ਕਰਦੇ। ਕਿਸੇ ਦਾ ਮਾੜਾ ਨਹੀਂ ਕਰਦੇ, ਕੋਈ ਇਹੋ ਜਿਹੇ ਅਸੀਂ ਕਿਸੇ ਨੂੰ ਕੁਛ ਕਹਿੰਦੇ ਨਹੀਂ, ਆਪਦੀ ਮਿਹਨਤ ਕਰਦੇ ਆ ਤੇ ਵੀ ਉਹ ਇੱਥੋਂ ਤੱਕ ਸੈਟਿਸਫਾਈ ਜਿਹੇ ਰਹਿੰਦੇ ਆ ਕਿ ਹਾਂਜੀ ਠੀਕ ਆ, ਹਨਾ? ਵੀ ਅਸੀਂ ਆਪਦੀ ਮਿਹਨਤ ਦੇ ਨਾਲ ਆਪਦੇ ਪਰਿਵਾਰ ਨੂੰ ਪਾਲਦੇ ਆ ਜਾਂ ਹੁਣ ਗੁਰਮੁਖ ਪਿਆਰਿਓ, ਆਪਾਂ ਨੂੰ ਮਾਲਕ ਨੇ ਜੋ ਕਿਉਂਕਿ ਹੁਣ ਦੇਖੋ ਆਪਾਂ ਪਸ਼ੂਆਂ ਦੇ ਵਿੱਚ ਵੀ ਇਹ ਗੁਣ ਨੇ। ਉਹ ਵੀ ਆਪਦੇ ਬੱਚਿਆਂ ਦੀ ਕਿੰਨਾ ਉਹਨਾਂ ਦਾ ਮੋਹ ਹੁੰਦਾ ਆ, ਕਿੰਨਾ ਉਹਨਾਂ ਦੇ ਤੁਸੀਂ ਅਲੱਗ-ਅਲੱਗ ਜ਼ੋਨ ਦੇ ਵਿੱਚ ਉਹਨਾਂ ਦਾ ਜੋ ਸਿਸਟਮ ਮਾਲਕ ਨੇ ਉਹਨਾਂ ਨੂੰ ਦਿੱਤਾ ਹੋਇਆ ਤੁਸੀਂ ਦੇਖਦੇ ਹੋ। ਫਿਰ ਉਹ ਵੀ ਆਪਦਾ ਕਿਸੇ ਦੇ ਨਾਲ ਨਹੀਂ ਵੈਰ ਵਿਰੋਧ ਰੱਖਦੇ। ਤੁਸੀਂ ਚਾਹੇ ਪਸ਼ੂਆਂ ਦੇ ਕਿੰਨਾ ਮਰਜ਼ੀ ਉਹਨਾਂ ਨੂੰ ਟਾਰਚਰ ਕਰੀ ਜਾਓ, ਉਹਨਾਂ ਨੇ ਆਰਾਮ ਨਾਲ ਬੈਠਿਆਂ ਨੇ ਖਾਈ ਜਾਣੀ ਆ। ਤੇ ਹੁਣ ਗੁਰਮੁਖ ਪਿਆਰਿਓ ਆਪਾਂ ਕਿਉਂ ਅਲੱਗ ਆ? ਹੁਣ ਆਪਾਂ ਇਸ ਕਰਕੇ ਅਲੱਗ ਆ ਕਿ ਆਪਾਂ ਨੂੰ ਜੋ ਆਪੇ ਦੀ ਖੋਜ, ਜੋ ਸਾਡੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਨਿਧਾਨ ਖਜ਼ਾਨੇ ਦੇ ਕੇ ਭੇਜਿਆ ਹੋਇਆ, ਸਾਡੇ ਇਸ ਬ੍ਰਹਿਮੰਡ ਦੇ ਵਿੱਚ, ਸਾਡੇ ਇਸ ਸਰੀਰ ਦੇ ਵਿੱਚ ਸਾਨੂੰ ਸਾਰਾ ਕੁਛ ਦੇ ਕੇ ਭੇਜਿਆ, ਉਹਦੀ ਖੋਜ ਕਰਕੇ ਉਹਦੀ ਪ੍ਰਾਪਤੀ ਕਰਨੀ। ਹੁਣ ਉਹਦੀ ਪ੍ਰਾਪਤੀ ਕਰਨ ਦੇ ਲਈ ਆਪਾਂ ਸਾਰਾ ਸੰਸਾਰ ਕਹਿੰਦੇ ਆ ਕਿ ਮੈਂ ਬਹੁਤ ਸਿਆਣਾ, ਮੈਨੂੰ ਬਹੁਤ ਵੱਧ ਅਕਲ ਆ ਜਾਂ ਮੈਨੂੰ ਵੱਧ ਤਜਰਬਾ ਆ ਮੇਰਾ। ਹੁਣ ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਰਮਾਉਂਦੇ ਨੇ ਕਿ ਸਭ ਤੋਂ ਪਹਿਲਾਂ ਮਨ, ਤਨ, ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਏ। ਵੀ ਤੁਸੀਂ ਆਪਦੀ ਮੱਤ ਦਾ, ਆਪਦੀ ਸਿਆਣਪ ਦਾ ਜੋ ਇਸਤੇਮਾਲ ਬੰਦ ਕਰਨਾ, ਉਸ ਦਾ ਤਿਆਗ ਕਰਨਾ, ਫਿਰ ਤੁਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ, ਜਿਸ ਨੂੰ ਆਪਣੇ ਆਪ ਨੂੰ ਨਿਮਾਣਾ ਰੱਖਦੇ ਹੋਏ, ਆਪਣੇ ਆਪ ਨੂੰ ਖਾਲੀ ਕਰਦੇ ਹੋਏ, ਟੋਟਲੀ ਜ਼ੀਰੋ ਤੋਂ ਸਟਾਰਟ ਕਰਨਾ ਤੁਸੀਂ ਕਿ ਮੈਨੂੰ ਕੁਛ ਨਹੀਂ ਪਤਾ। ਫਿਰ ਜਦੋਂ ਤੁਸੀਂ ਮਾਲਕ ਦੇ ਜਿਵੇਂ-ਜਿਵੇਂ ਸਨਮੁਖ ਹੁੰਦੇ ਜਾਓਗੇ, ਉਵੇਂ-ਉਵੇਂ ਜੋ ਹਉਮੈ ਦਾ ਦੀਰਘ ਰੋਗ ਸਾਨੂੰ ਲੱਗਿਆ ਹੋਇਆ, ਜਿਸ ਦੇ ਕਾਰਨ ਸਾਡਾ ਮਾਲਕ ਨਾਲ ਮਿਲਾਪ ਨਹੀਂ ਹੋ ਰਿਹਾ, ਅਸੀਂ ਆਪਣੇ ਆਪ ਦੀ ਮੱਤ ਦਾ ਇਸਤੇਮਾਲ ਵੱਧ ਕਰਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਫੇਰ ਤੁਸੀਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਹੁਣ ਮਹਾਰਾਜ ਕਹਿੰਦੇ ਕਿ ਤੁਸੀਂ ਉਹਦੀ ਸ਼ਰਨ ਦੇ ਵਿੱਚ ਆਓ, ਉਹ ਵੈਦ ਆ ਪੂਰਾ, ਸਾਡੇ ਮਨ ਨੂੰ ਪੰਜਾਂ ਦਾ ਰੋਗ ਲੱਗਿਆ ਹੋਇਆ, ਜਿਹੜੇ ਸਾਨੂੰ ਉਲਝਾ ਕੇ ਰੱਖਦੇ ਨੇ। ਜਦੋਂ ਆਪਾਂ ਅੰਤਰਗਤ ਜਾਗਤ ਅਵਸਥਾ 'ਚ ਥੋੜ੍ਹੀ ਨਜ਼ਰ ਮਾਰਦੇ ਹਾਂ, ਇੱਕ ਤੁਸੀਂ ਰੋਜ਼ ਇਹ 2 ਕੰਮ ਜ਼ਰੂਰ ਕਰਿਆ ਕਰੋ ਕਿ ਜਿਵੇਂ ਹੁਣ ਆਪਾਂ ਇੱਥੇ ਸੰਸਾਰ 'ਚ ਖੇਡ ਖੇਡਣ ਆਉਂਦੇ ਹਾਂ, ਆਪਾਂ ਕਾਲ ਨੂੰ ਵੀ ਉਹਦੀਆਂ ਬਰੀਕੀਆਂ ਨੂੰ ਵੀ ਬਰਾਬਰ ਜਾਗਤ ਰਹਿਣਾ, ਅਲਰਟ ਰਹਿਣਾ, ਸੁਚੇਤ ਰਹਿਣਾ ਤੇ ਦੇਖਦੇ ਰਹਿਣਾ ਵੀ ਇਹ ਕਿਵੇਂ ਕਾਰਵਾਈ ਪਾਉਂਦਾ, 5 ਜਾਣੇ ਕਿਵੇਂ ਕਾਰਵਾਈ ਪਾਉਂਦੇ ਆ ਤੇ ਨਾਲ-ਨਾਲ ਤੁਸੀਂ ਮਾਲਕ ਨੂੰ ਬਿਲਕੁਲ ਹਾਜ਼ਰ-ਨਾਜ਼ਰ ਸਮਝਣਾ। ਹੁਣ ਫਿਰ ਇਹ ਖੇਡ ਖੇਡਣ ਦਾ ਆਨੰਦ ਆਏਗਾ। ਕਿਉਂਕਿ ਗੁਰਮੁਖ ਪਿਆਰਿਓ, ਜਿੰਨਾ ਟਾਈਮ ਆਪਾਂ ਨੂੰ ਖੇਡ ਦੀਆਂ ਬਰੀਕੀਆਂ ਨਹੀਂ ਪਤਾ ਹੁੰਦੀਆਂ, ਆਪਾਂ ਉਲਝੇ ਹੋਏ ਹੁੰਦੇ ਹਾਂ, ਆਪਾਂ ਨੂੰ ਪਤਾ ਨਹੀਂ ਚੱਲਦਾ ਸ਼ੁਰੂਆਤ ਕਿੱਥੋਂ ਹੋ ਰਹੀ ਹੈ, ਐਂਡ ਕਿੱਥੋਂ ਹੋ ਰਿਹਾ। ਮਾਲਕ ਦਾ ਕੋਈ ਪਾਰਾਵਾਰ ਨਹੀਂ ਆ।
ਖੇਡ ਦਾ ਵੀ ਕੋਈ ਪਾਰਾਵਾਰ ਨਹੀਂ ਕਿਉਂਕਿ ਮਾਲਕ ਨੇ ਤਿਆਰ ਕੀਤਾ। ਆਪਾਂ ਸੰਪੂਰਨ ਤੌਰ ਤੇ ਨਹੀਂ ਮਾਲਕ ਨੂੰ ਜਾਣ ਸਕਦੇ ਜਾਂ ਲੇਕਿਨ ਹਾਂਜੀ, ਉਹਨਾਂ ਦੀ ਸ਼ਰਨ ਦੇ ਵਿੱਚ ਜ਼ਰੂਰ ਆ ਸਕਦੇ ਹਾਂ। ਉਸ ਦੇ ਹੋਣ ਦਾ ਅਹਿਸਾਸ ਸਾਨੂੰ ਜ਼ਰੂਰ ਹੋ ਸਕਦਾ। ਉਹ ਕਿਵੇਂ ਸਾਡਾ ਅੰਗੀਕਾਰ ਕਰਦੇ ਨੇ, ਉਹ ਕਿਹੜੀਆਂ ਸਟੇਜਿਸ ਹੈ ਜਿੱਥੇ ਆਪਾਂ ਨੂੰ ਮਾਲਕ ਸਾਡੇ ਬਿਲਕੁਲ ਨਾਲ ਮਹਿਸੂਸ ਹੁੰਦੇ ਨੇ। ਉਹ ਕਿਵੇਂ ਸਾਡੇ ਇਹ 5 ਜੋ ਰੋਗ ਨੇ, ਹੁਣ ਰੋਗ ਕਿਵੇਂ ਲਾਉਂਦੇ ਨੇ, ਹੁਣ ਇਹ ਕਾਲ ਕਿਵੇਂ ਕਾਰਵਾਈ ਪਾਉਂਦਾ। ਹੁਣ ਤੁਸੀਂ ਦੇਖੋਗੇ ਕਿ ਇੱਕ ਚੰਗਾ ਭਲਾ ਬੰਦਾ ਜਿਹੜਾ ਤੁਹਾਡੇ ਨਾਲ ਵਿਚਾਰ ਕਰ ਰਿਹਾ, ਵਿਚਰ ਰਿਹਾ, ਰਹਿ ਰਿਹਾ, ਕਾਲ ਉਸਦੇ ਆਕਾਰ ਨੂੰ, ਉਸਦੇ ਢਾਂਚੇ ਨੂੰ ਕਿਵੇਂ ਵਰਤਦਾ। ਉਸਦੇ ਰਾਹੀਂ ਤੁਹਾਨੂੰ ਕਿਹੋ ਜਿਹੇ ਬਚਨ ਬੁਲਾ ਦੇਗਾ ਕਈ ਵਾਰ ਕਿ ਉਹ ਤੁਹਾਡੇ ਕੋਲ ਝੱਲਿਆ ਵੀ ਨਹੀਂ ਜਾਣਾ। ਤੇ ਗੁਰਮੁਖ ਪਿਆਰਿਓ ਇਹ ਕਾਲ ਕਾਰਵਾਈ ਪਾਉਂਦਾ ਤੁਹਾਨੂੰ ਉਦੋਂ ਤੁਹਾਡਾ ਟੈਸਟ ਪੈਨ ਲੱਗਦਾ ਕਿ ਹਾਂਜੀ ਵੀ ਹੁਣ ਤੁਸੀਂ ਕੀ ਕਰਦੇ ਹੋ। ਜੇ ਤਾਂ ਤੁਸੀਂ ਅਲਰਟ ਹੋ ਸਭ ਤੋਂ ਪਹਿਲਾਂ ਇਹ ਦੇਖਣਾ ਕਿ ਇਹ ਅਗਲਾ ਨਹੀਂ ਬੋਲ ਰਿਹਾ। ਸੋ ਜੇ ਅਸੀਂ ਅਗਲੇ ਨੂੰ ਦੇਖਦੇ ਹਾਂ ਸਾਹਮਣੇ ਵਾਲਾ ਆਕਾਰ ਕੋਈ ਵੀ ਤੁਹਾਡੇ ਘਰ ਦਾ ਮੈਂਬਰ ਆ, ਪਰਿਵਾਰ ਦਾ, ਰਿਸ਼ਤੇਦਾਰਾਂ 'ਚ, ਸਮਾਜ ਵਿੱਚ, ਗੁਆਂਢੀ, ਆਲਾ-ਦੁਆਲਾ ਕੋਈ ਵੀ ਹੋ ਸਕਦਾ। ਹੁਣ ਜਦੋਂ ਕਾਰਵਾਈ ਪੈਂਦੀ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ, ਆਪਾਂ ਰੁਕਦੇ ਨਹੀਂ। ਆਪਾਂ ਰੁਕਦੇ ਨਹੀਂ। ਆਪਣੀ ਰੋਜ਼ ਇਹ ਹਰ ਇੱਕ ਮਨ ਬੱਚੇ ਦੀ ਰੋਜ਼ ਹੀ ਇਹ ਪ੍ਰੈਕਟੀਕਲ ਹੁੰਦਾ ਤੇ ਆਪਾਂ ਰੁਕਦੇ ਨਹੀਂ। ਆਪਾਂ ਡਾਇਰੈਕਟ ਧਿਆਨ ਅਗਲੇ ਦੀ ਗੱਲ ਦੇ ਵਿੱਚ ਲਾਇਆ। ਉਹਨਾਂ ਦੇ ਪੰਜ ਭੜਕੇ ਹੋਏ ਨੇ, ਪੰਜਾਂ ਨੇ ਕਾਰਵਾਈ ਪਾ ਦਿੱਤੀ। ਹੁਣ ਉਹ ਸਾਡੇ ਅੰਦਰ ਵੀ ਨੇ। ਸਾਰਿਆਂ ਦੇ ਅੰਦਰ 5 ਜਾਣੇ ਨੇ ਤੇ ਹੁਣ ਗੁਰਮੁਖ ਪਿਆਰਿਓ ਉਹਨਾਂ ਦੇ 5 ਸਾਡੇ ਵੀ 5 ਆ ਗਏ। ਜਿਨ੍ਹਾਂ ਨੇ ਸਾਡਾ ਧਿਆਨ ਕਿੱਥੇ ਲਾ ਦਿੱਤਾ, ਉਹਨਾਂ ਦੇ ਬਚਨਾਂ ਦੇ ਵਿੱਚ ਕਿ ਉਹ ਬੋਲ ਕੀ ਰਹੇ ਨੇ। ਹੁਣ ਨਾਲ ਸਾਨੂੰ ਹਉਮੈ ਆ ਗਈ ਕਿਉਂਕਿ ਜੇ ਸਾਨੂੰ ਕੋਈ ਬੁਰਾ ਭਲਾ ਬੋਲਦਾ ਅੱਗਿਓਂ ਤੇ ਸਾਡੀ ਹਉਮੈ ਆ ਨਾ, ਅਸੀਂ ਉਸ ਨਿੰਦਿਆ 'ਚ ਫਸੇ ਹੋਏ ਆ। ਉਹ ਕਹਿੰਦੇ ਵੀ ਤੁਸੀਂ ਸਾਨੂੰ ਇਹ ਬੋਲ ਕਿਵੇਂ ਦਿੱਤਾ? ਵੀ ਤੁਸੀਂ ਮੈਨੂੰ ਇਹ ਗੱਲ ਬੋਲੀ, ਤੁਸੀਂ ਹੁੰਦੇ ਕੌਣ ਹੋ ਬੋਲਣ ਵਾਲੇ? ਹੁਣ ਅਸੀਂ ਯੋਜਨਾ ਵਿਚਾਰ ਬਣਾਉਣੀ ਸ਼ੁਰੂ ਕਰਤੇ ਕਿ ਮੈਂ ਰਿਐਕਟ ਹੁਣ ਕਿਵੇਂ ਕਰਨਾ ਅਗਲੇ ਨੂੰ। ਹੁਣ ਗੁਰਮੁਖ ਪਿਆਰਿਓ ਜਦੋਂ ਆਪਾਂ ਅਗਲੇ ਦੇ ਬਚਨਾਂ ਨੂੰ ਪਕੜਿਆ, ਹੁਣ ਉਹਨਾਂ ਦੇ ਬਚਨਾਂ ਨੂੰ ਅਸੀਂ ਪਕੜਦੇ ਹੋਏ ਪੂਰੀ ਗੱਲ ਉਹਨਾਂ ਦੀ ਸੁਣੀ, ਰੁਕੇ ਨਹੀਂ, ਸਟ੍ਰੇਟਵੇ ਆਪਣੀ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਾਨੂੰ 2 ਕਹੀਆਂ, ਅਸੀਂ ਅੱਗੋਂ 4 ਕਹੀਆਂ, ਉਹਨਾਂ ਨੇ ਫਿਰ 4 ਕਹੀਆਂ, ਅਸੀਂ 8 ਕਹੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਫਰਮਾਉਂਦੇ ਕਹੋ ਕਬੀਰ ਪੰਚੋ ਕਾ ਝਗੜਾ ਝਗੜਤ ਜਨਮ ਗਵਾਏ। ਕਹਿੰਦੇ ਇਹ ਤੁਸੀਂ ਨਹੀਂ ਸੀਗੇ, ਤੁਹਾਡੇ ਤਾਂ ਉਹਨਾਂ ਨੇ ਸਿਰਫ ਸਵਾਸ ਹੀ ਖਰਚਾਏ ਆ। ਉਹਦੇ ਵੀ ਵਿੱਚ 5 ਸੀ, ਤੁਹਾਡੇ ਵੀ ਵਿੱਚ 5 ਰਲ ਗਏ। ਪੰਜਾਂ ਨੇ ਆਪਸ ਦੇ ਵਿੱਚ ਝਗੜਾ ਕੀਤਾ ਤੇ ਫਿਰ ਮੁੜ ਕੇ ਜਦੋਂ ਤੁਹਾਡੇ ਸਵਾਸ ਖਰਚ ਹੋ ਰਹੇ ਨੇ ਤੇ ਕਾਲ ਤਾੜੀਆਂ ਮਾਰ ਕੇ ਹੱਸਦਾ। ਇਹ ਸੱਚੀ ਮੁੱਚੀ ਕਹਾਣੀ ਚੱਲ ਰਹੀ, ਗੱਲਾਂ ਬਾਤਾਂ ਵਾਲੀ ਗੱਲ ਨਹੀਂ ਹੈਗੀ। ਇਹ ਸੱਚੀ ਮੁੱਚੀ ਖੇਡ ਚੱਲ ਰਿਹਾ। ਲੇਕਿਨ ਆਪਾਂ ਨੇ ਇਸ ਖੇਡ ਨੂੰ ਬਰੀਕੀ ਨਾਲ ਚੇਤ ਸੁਚੇਤ ਹੋ ਕੇ ਸਾਨੂੰ ਮਹਾਰਾਜ ਨੇ ਉਪਦੇਸ਼ ਦੇ ਦਿੱਤਾ ਵੀ ਤੁਸੀਂ ਸੁਚੇਤ ਰਹੋ। ਜੋ ਤੁਹਾਡੇ ਅੰਦਰ 5 ਆ ਇਹਨਾਂ ਦਾ ਅਤਵਾਰ ਨਾ ਕਰਿਓ ਤੁਸੀਂ, ਇਹਨਾਂ ਦਾ ਭਰੋਸਾ ਨਾ ਕਰਿਓ। ਤੁਸੀਂ ਸੁਚੇਤ ਰਹੋ, ਤੁਸੀਂ ਇਸ ਖੇਡ ਨੂੰ ਦੇਖੋ। ਲੇਕਿਨ ਗੁਰਮੁਖ ਪਿਆਰਿਓ ਮਨ ਉਦੋਂ ਸਹਿਜ ਦੇ ਵਿੱਚ ਹੋਣਾ ਚਾਹੀਦਾ। ਇੱਕਦਮ ਨਹੀਂ ਆਏਗਾ, ਪ੍ਰੈਕਟੀਕਲ ਕਰਨਾ ਪਏਗਾ ਆਪਾਂ ਨੂੰ ਹਰ ਰੋਜ਼। ਤੇ ਸਾਡਾ ਮਨ ਸਹਿਜ ਦੇ ਵਿੱਚ ਕਿਵੇਂ ਆਏਗਾ? ਆਪਾਂ ਹਰ ਰੋਜ਼ ਸੁਣਦੇ ਕਿ ਸਹਿਜ 'ਚ ਰਹੋ, ਹਨਾ? ਲੇਕਿਨ ਆਏਗਾ ਕਿਵੇਂ? ਜਿੰਨਾ ਸਮਾਂ ਸਹਿਜ ਦੇ ਨਾਲ ਬਿਤਾਉਣਾ ਸ਼ੁਰੂ ਕਰਾਂਗੇ। ਸਹਿਜ ਸਾਡੇ ਮਾਲਕ ਨੂੰ ਕਿਹਾ ਗਿਆ। ਹੁਣ ਉਹਦੇ ਨਾਲ ਬਿਤਾਉਣਾ ਸ਼ੁਰੂ ਕਰਾਂਗੇ। ਹੁਣ ਉਹ ਵੀ ਆਪਾਂ ਨੂੰ ਪ੍ਰੈਕਟੀਕਲ ਕਰਨਾ ਪਏਗਾ ਕਿਉਂਕਿ ਜਿੰਨਾ ਟਾਈਮ ਮਾਲਕ ਨੂੰ ਦੇਖਿਆ ਨਹੀਂ, ਜਿੰਨਾ ਟਾਈਮ ਮਾਲਕ ਨੂੰ ਸੁਣਿਆ ਨਹੀਂ, ਮਾਲਕ ਦੇ ਪਿਆਰ 'ਚ ਵਿਚਰੇ ਨਹੀਂ, ਉਸ ਦੇ ਨਾਲ ਆਪਾਂ ਹੰਢਾਇਆ ਨਹੀਂ ਤੇ ਓਨਾ ਟਾਈਮ ਸਾਡਾ ਉਹਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ। ਸੋ ਹੁਣ ਉਸ ਦੇ ਲਈ ਸਭ ਤੋਂ ਪਹਿਲਾਂ ਪੌਣ ਸਮ ਹੋਏਗੀ, ਵਿਚਾਰ ਫੁਰਨੇ ਪਿੱਛੇ ਹਟਣਗੇ ਗੁਰਮੁਖ ਪਿਆਰਿਓ ਤੇ ਫਿਰ ਆਪਾਂ ਅੱਗੇ ਸੁਣਨ ਦੇ ਵਿੱਚ ਜਿੰਨਾ ਆਪਾਂ ਉੱਥੇ ਵਾਰ-ਵਾਰ ਜਾਵਾਂਗੇ, ਰੰਗ ਲੱਗਦਾ ਜਾਏਗਾ। ਤੇ ਫਿਰ ਗੁਰਮੁਖ ਪਿਆਰਿਓ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਕਿ ਤੁਸੀਂ ਭੁੱਲਣਾ ਨਹੀਂ। ਜਿਹੜੇ 5 ਜਾਣੇ ਆ ਉਹਨਾਂ ਦਾ ਅਸਲ ਕਾਰਜ ਆ ਕਿ ਉਹ ਮਨ ਨੂੰ ਅਵੇਸ ਵਾਲਾ ਕਰ ਦਿੰਦੇ ਨੇ।
ਅਵੇਸਲਾ ਕਰ ਦਿੰਦੇ ਨੇ, ਮਨ ਹੋਰ ਹੀ ਉਲਝਣਾਂ ਦੇ ਵਿੱਚ ਉਲਝ ਕੇ ਰਹਿ ਜਾਂਦਾ, ਤ੍ਰੈ ਗੁਣਾਂ ਦੀਆਂ ਗੱਲਾਂ ਦੇ ਵਿੱਚ। ਹੁਣ ਆਪਾਂ ਆਪਣੇ ਮਨ ਨੂੰ ਇਹ ਹਰ ਰੋਜ਼ ਲੈਸਨ ਦ੍ਰਿੜ ਕਰਾਉਂਦੇ ਹੀ ਰਹਿਣਾ, ਜਦੋਂ ਆਪਾਂ ਲੋਕ 'ਚ ਖੇਡ ਖੇਡਣ ਆਉਣਾ। ਇੱਕ ਆਪਾਂ ਇਹ ਸੋਚ ਕੇ ਚੱਲਣਾ ਕਿ ਜੋ ਵੀ ਦੁਨੀਆ, ਸੰਸਾਰ, ਆਕਾਰ, ਰਿਸ਼ਤੇ, ਨਾਤੇ, ਘਰ-ਬਾਰ, ਪਰਿਵਾਰ ਦੇ ਮੈਂਬਰ, ਉਹਨਾਂ ਦੇ ਨਾਲ ਸਾਡਾ ਸਿਰਫ਼ ਕਿੰਨਾ ਕੁ ਰਿਸ਼ਤਾ। ਵੈਸੇ ਤਾਂ ਆਪਣਾ ਇੱਕ ਸਵਾਸ ਦਾ ਹੀ ਭਰੋਸਾ ਨਹੀਂ ਵੀ ਅਗਲਾ ਸਵਾਸ ਆਵੇ ਜਾਂ ਨਾ ਆਵੇ। ਲੇਕਿਨ ਜੋ ਮਾਲਕ ਦਾ ਖੇਡ ਚੱਲ ਰਿਹਾ ਦਿਨ-ਰਾਤ ਦਾ, ਤੇ ਆਪਣਾ ਇੱਥੇ ਕਿੰਨਾ ਕੁ ਸਮਾਂ ਆਪਾਂ ਆਉਂਦੇ ਹਾਂ। ਜਿਵੇਂ ਹੁਣ ਮੰਨ ਲਓ ਕਿ ਆਪਾਂ ਕਿਸੇ ਦੇ ਘਰੇ ਗਏ ਹੋਈਏ, ਪ੍ਰਾਹੁਣੇ ਗਏ ਹੋਈਏ ਕਿਸੇ ਦੇ ਘਰੇ, ਹਨਾ? ਤੇ ਉੱਥੇ ਅਗਲਾ ਬੰਦਾ ਸਾਡੇ ਨਾਲ ਸਹੀ ਬਿਹੇਵ ਕਰਦਾ ਜਾਂ ਗਲਤ ਬਿਹੇਵ ਕਰਦਾ ਜਾਂ ਕੁਛ ਵੀ ਆ, ਆਪਾਂ ਨੇ ਆਪਣੇ ਆਪ ਨੂੰ ਪਹਿਲਾਂ ਹੀ ਮਨਾਇਆ ਹੁੰਦਾ ਕਿ ਮੈਂ ਕਿਹੜਾ ਇੱਥੇ ਸਦੀਮੀ ਤੌਰ ਤੇ ਰਹਿਣਾ, ਕਿ ਆ 2-4 ਘੰਟੇ ਆ, ਮੈਂ ਤਾਂ ਮਿਲਣ ਆਇਆ ਤੇ ਉਸ ਤੋਂ ਬਾਅਦ ਮੈਂ ਆਪਦੇ ਘਰੇ ਚਲਿਆ ਜਾਣਾ। ਤੇ ਮੈਂ ਕਿਉਂ ਇਹਨਾਂ ਦੇ ਨਾਲ ਬਹਿਸ ਕਰਨੀ ਜਾਂ ਲੜਾਈ ਜਾਂ ਝਗੜਾ ਕਰਨਾ, ਕਿ ਠੀਕ ਆ ਕੋਈ ਗੱਲ ਨਹੀਂ, ਹਨਾ? ਵੀ ਜਿਵੇਂ ਜਿਵੇਂ ਦਾ ਵੀ ਇਹ ਬਿਹੇਵ ਕਰਦੇ, ਮੇਰਾ ਕਿਹੜਾ ਇਹ ਘਰ ਆ, ਮੈਂ ਤਾਂ ਆਪਦੇ ਘਰੇ ਚਲਿਆ ਜਾਣਾ, ਗੱਲ ਖਤਮ। ਸੋ ਇਹ ਆਪਾਂ ਆਪਣੇ ਮਨ ਨੂੰ ਹਰ ਰੋਜ਼ ਸਮਝਾਉਣਾ ਕਿ ਆਪਾਂ ਇੱਥੇ ਸਿਰਫ 4 ਪਹਿਰ ਆਉਂਦੇ ਆ, ਕਿ ਇੱਥੇ ਸਾਡਾ ਸਿਰਫ ਇੰਨਾ ਕੀ ਕੰਮ ਆ ਕਿ ਆਪਾਂ 4 ਪਹਿਰ ਆਏ ਆ, ਇੱਥੇ ਆਪਣਾ ਮਹਿਮਾਨ ਦੀ ਤਰ੍ਹਾਂ, ਕਿਉਂਕਿ ਇਹ ਧਰਮਸ਼ਾਲਾ ਦੇ ਵਿੱਚ ਅਸੀਂ ਮੁਸਾਫਿਰ ਬਣ ਕੇ ਆਏ ਹਾਂ, ਹਰ ਰੋਜ਼ ਮਾਲਕ ਸਵਾਸ ਦੇ ਕੇ ਭੇਜਦੇ ਨੇ ਆਪਾਂ ਨੂੰ। ਤੇ ਜੇ ਹੁਣ ਇੱਥੇ ਸਾਨੂੰ ਕਾਲ ਕਈ ਤਰੀਕੇ ਦੀ ਕਾਰਵਾਈ ਪਾਉਂਦਾ ਗੁਰਮੁਖ ਪਿਆਰੋ, ਕਦੇ ਲਾਲਚ ਦਊਗਾ, ਕਦੇ ਸਾਨੂੰ ਵਡਿਆਊਗਾ, ਕਦੇ ਕਿਸੇ ਨੇ ਕਹਿ ਦਿੱਤਾ ਜੀ ਤੁਸੀਂ ਬਹੁਤ, ਤੁਹਾਡੀ ਅਵਸਥਾ ਬੜੀ ਉੱਚੀ ਆ, ਤੁਸੀਂ ਬਹੁਤ ਸੋਹਣੀ ਬਾਣੀ ਪੜ੍ਹਦੇ ਆ, ਤੁਸੀਂ ਬਹੁਤ ਸੋਹਣੀ ਅਕਥ ਕਥਾ ਵੀ ਕਰਦੇ ਆ, ਹਨਾ? ਤੇ ਉਹ ਕਈ ਤਰ੍ਹਾਂ ਦੀਆਂ ਕਾਰਵਾਈਆਂ ਇਹ ਪਾਉਂਦਾ ਕਿ ਹਉਮੈ 'ਚ ਫਸ ਜਾਣ। ਹੁਣ ਗੁਰਮੁਖਾਂ ਨੂੰ ਭੇਦ ਆ ਜਾਂਦਾ, ਜਿਹੜੇ ਇਸ ਮਾਰਗ ਤੇ ਚੱਲਦੇ ਨੇ ਅਭਿਆਸੀ, ਕਿ ਹੁਣ ਜਦੋਂ ਮੈਂ ਕਿਸੇ ਨੂੰ ਫਿੱਕੇ ਵਚਨ ਬੋਲਦਾ, ਕਿਉਂਕਿ ਗੁਰਮੁਖ ਪਿਆਰੋ ਇਹ ਤਾਂ ਬਹੁਤ ਪਹਿਲਾਂ ਹੀ ਮਾਲਕ ਦੀ ਕਿਰਪਾ ਦੇ ਨਾਲ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ, ਕਿ ਜਦੋਂ ਸਾਨੂੰ ਮਾਲਕ ਕਿਰਪਾ ਕਰਦੇ ਆ ਆਪਣੇ ਤੇ ਆਪਾਂ ਨੂੰ ਦਰ ਤੇ ਬਿਠਾਉਂਦੇ ਆ, ਤੇ ਉੱਥੋਂ ਨਾਮ ਦਾ ਰੰਗ ਲੱਗਦਾ ਗੁਰਮੁਖ ਪਿਆਰੋ, ਸਹਿਜ ਸੁਭਾਈ। ਫਿਰ ਜੋ ਸਾਡਾ ਮਨ ਅੰਤਰਗਤ ਅੰਦਰੋਂ ਚੇਂਜਿਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਕਿ ਫਿਰ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ। ਫਿਰ ਆਪਾਂ ਕਿਸੇ ਨੂੰ ਫਿੱਕੇ ਵਚਨ, ਗਲਤ ਬੋਲ ਜਾਂ ਮੰਦੀਆਂ ਗੱਲਾਂ ਨਹੀਂ ਬੋਲਦੇ। ਤੇ ਫਿਰ ਗੁਰਮੁਖ ਪਿਆਰਿਓ, ਹੁਣ ਜਦੋਂ ਦੁਵਿਧਾ ਦੇ ਰੋਗ ਅੰਦਰ ਲੱਗਿਆ ਹੋਇਆ, ਹਉਮੈ ਦਾ ਰੋਗ ਅੰਦਰ ਲੱਗਿਆ ਹੋਇਆ, ਅੰਦਰਲਾ ਜੋ ਬਾਹਰੋਂ ਅਸੀਂ ਕੰਟਰੋਲ ਕਰਦੇ ਹਾਂ ਵੀ ਹਾਂਜੀ ਅਸੀਂ ਬਹੁਤ ਮਿੱਠੀ ਭਾਸ਼ਾ ਬੋਲਦੇ ਹਾਂ, ਕਿ ਕਿ ਕਿਉਂਕਿ ਗੁਰਮੁਖਾਂ ਦੇ ਬਚਨ ਯਾਦ ਰਹਿਣੇ ਸ਼ੁਰੂ ਹੋ ਜਾਂਦੇ, ਵੀ ਗੁਰਮੁਖ ਕਹਿੰਦੇ ਵੀ ਆਪਾਂ ਆਪਦੇ ਮੁੱਖ ਨੂੰ ਜੇ ਆਪਾਂ ਫਿੱਕਾ ਬੋਲਾਂਗੇ ਤੇ ਮਾਲਕ ਫਿਰ ਸਾਡੇ ਸਾਡੇ ਦਰਗਾਹ ਦੇ ਵਿੱਚ ਸਾਡੇ ਮੁੱਖ ਦਾ ਮਨ ਦਾ ਮੁੱਖ ਜੋ ਹੈ ਉਹ ਕਾਲਾ ਹੁੰਦਾ, ਸਾਨੂੰ ਸਜ਼ਾ ਮਿਲਦੀ। ਤੇ ਇਸ ਕਰਕੇ ਆਪਾਂ ਕੰਟਰੋਲ ਕਰ ਜਾਂਦੇ ਕਿ ਸਾਡੇ ਮਾਲਕ ਨੂੰ ਇਹ ਭਾਉਂਦਾ ਨਹੀਂ। ਤੇ ਗੁਰਮੁਖ ਫਿਰ ਕਾਲਵੀ ਨਾਲੋਂ ਨਾਲ ਦੇਖਦਾ ਵੀ ਇਹ ਤਾਂ ਹੁਣ ਅੰਦਰੋਂ, ਕਿਉਂਕਿ ਜੇ ਮਾਲਕ ਹੀ ਚੇਂਜ ਕਰ ਰਹੇ ਨੇ ਨਾ ਸਾਨੂੰ, ਤੇ ਕਾਲ ਦੀ ਉੱਥੇ ਫਿਰ ਕੋਈ ਵਾਹ ਨਹੀਂ ਚੱਲਦੀ। ਤੇ ਫਿਰ ਗੁਰਮੁਖ ਪਿਆਰਿਓ, ਹੁਣ ਇਹ ਬੜੀ ਬਰੀਕੀ 'ਚ ਖੇਡ ਚੱਲਦਾ। ਆਪਾਂ ਨਿਕਲਦੇ ਹਾਂ ਬਾਹਰੀ ਤੌਰ ਤੇ, ਲੇਕਿਨ ਫਿਰ ਸਾਨੂੰ ਉਹ ਅੰਦਰੋਂ ਸੂਖਮ ਦੇ ਵਿੱਚ ਫਸਾ ਲੈਂਦਾ। ਹੁਣ ਮੰਨ ਲਓ ਅਸੀਂ ਕਿਸੇ ਨੂੰ ਮੁੱਖ ਤੋਂ ਤਾਂ ਕੁਛ ਨਹੀਂ ਬੋਲਦੇ, ਤੇ ਅਸੀਂ ਆਪ ਪਹਿਲ ਨਹੀਂ ਕਰਦੇ, ਲੇਕਿਨ ਕਾਲ ਨੇ ਦੂਜੇ ਤੋਂ ਪਹਿਲ ਕਰਾ ਦੇਣੀ। ਹੁਣ ਜਿੱਥੇ ਵੀ ਆਪਾਂ ਜਾਂਦੇ ਹਾਂ ਸਾਡਾ ਵਾਹ ਪੈਂਦਾ, ਚਾਹੇ ਆਪਾਂ ਪਰਿਵਾਰ ਦੇ ਵਿੱਚ ਹਾਂ, ਚਾਹੇ ਆਪਾਂ ਜੋਬ ਤੇ ਜਾਂਦੇ ਹਾਂ, ਕਰਮ ਤੇ ਜਾਂਦੇ ਹਾਂ, ਕਿਤੇ ਵੀ ਆਪਾਂ ਜਾਂਦੇ ਹਾਂ, ਦੂਸਰੇ ਤੋਂ ਪਹਿਲ ਕਰਾ ਦਿੰਦਾ। ਹੁਣ ਦੂਸਰੇ ਤੋਂ ਪਹਿਲ ਗੁਰਮੁਖਾਂ ਨੇ ਆਪਾਂ ਨੂੰ ਹੁਣ ਇੱਥੇ ਸਮਝਾ ਦਿੱਤਾ ਵੀ ਤੁਸੀਂ ਸਹਿਜ 'ਚ ਰਹਿਣਾ, ਵਾਪਸ ਕਿਸੇ ਨੂੰ ਬੋਲਣਾ ਨਹੀਂ, ਹਨਾ? ਵੀ ਕਿਸੇ ਨਾਲ ਬਹਿਸ ਨਹੀਂ ਕਰਨੀ, ਝਗੜਾ ਨਹੀਂ ਕਰਨਾ, ਵੀ ਇਹ 5 ਜਾਣੇ ਝਗੜਾਉਂਦੇ ਆ। ਹੁਣ ਗੁਰਮੁਖ ਕਰੋ, ਉਹਦੇ ਵਾਸਤੇ ਇੱਕ ਛੋਟੀ ਜਿਹੀ ਗੱਲ ਤਾਂ ਹੈ ਨਹੀਂ। ਅਸੀਂ ਨਹੀਂ ਬੋਲਦੇ, ਓਕੇ ਕੰਟਰੋਲ ਹੋ ਗਿਆ, ਲੇਕਿਨ ਅੰਦਰ ਜੋ ਮਨ ਦੇ ਵਿੱਚ ਵਿਚਾਰ ਬਣ ਜਾਂਦਾ ਇੱਕ। ਹੁਣ ਉਹ ਵਿਚਾਰ ਦੇ ਵਿੱਚ ਕੀ ਹੁੰਦਾ ਕਿ ਸਾਡੇ ਅੰਦਰ ਦੁਵਿਧਾ ਆਉਣੀ ਸ਼ੁਰੂ ਹੋ ਜਾਂਦੀ ਆ। ਕਿ ਆਪਾਂ ਅਗਲੇ ਨੂੰ ਫਿਰ ਦੇਖਣਾ ਵੀ ਪਸੰਦ ਨਹੀਂ ਕਰਦੇ। ਆਪਾਂ ਕੰਟਰੋਲ ਕਰ ਲੈਂਦੇ ਹਾਂ, ਮੁੱਖ ਤੋਂ ਨਹੀਂ ਬੋਲਦੇ ਵੀ ਠੀਕ ਆ, ਵੀ ਚੰਗਾ ਨੀ ਲੱਗਦਾ। ਉਹ ਕਹੋਗੇ ਵੀ ਤੁਸੀਂ ਸਿਮਰਨ ਕਰਦੇ ਆ, ਕਿਉਂਕਿ ਉਹ ਇਹ ਵੀ ਸੱਟ ਮਾਰਦੇ ਆ ਕਿ ਤੁਸੀਂ ਤਾਂ ਸਿਮਰਨ ਕਰਦੇ, ਤੁਸੀਂ ਕਿੱਦਾਂ ਬਹਿਸ ਕਰ ਸਕਦੇ ਆ, ਤੁਸੀਂ ਕਿੱਦਾਂ ਸਾਡੇ ਨਾਲ ਲੜਾਈ ਕਰ ਸਕਦੇ ਆ, ਫਿਰ ਤੁਸੀਂ ਕਿਹੜੀ ਸੰਗਤ ਕਰਦੇ, ਕਿਹੜਾ ਸਿਮਰਨ ਕਰਦੇ, ਫਿਰ ਇਹੋ ਜਿਹੇ ਬਚਨ ਬੋਲਦੇ ਆ।
ਫਿਰ ਕਹਿ ਲਓ ਕਿ ਆਪਾਂ ਸ਼ਰਮ ਦੇ ਨਾਲ ਕਹਿ ਲਓ ਜਾਂ ਆਪਾਂ ਵੀ ਉਹ ਚੀਜ਼ਾਂ ਨੂੰ ਕੰਟਰੋਲ ਕਰਦੇ ਕਿ ਅਗਲਾ ਕੀ ਕਹੂਗਾ ਤੁਸੀਂ ਸਿਮਰਨ ਕਰਦੇ ਤੇ ਅਸੀਂ ਨਹੀਂ ਬੋਲਣਾ। ਪਰ ਗੁਰਮੁਖ ਪਿਆਰਿਓ ਜੋ ਅਸਲੀਅਤ ਆ ਉਹ ਇਹ ਆ ਕਿ ਸਾਡੇ ਅੰਦਰ ਉਹ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ। ਅਸੀਂ ਸੂਖਮ ਦੇ ਵਿੱਚ ਫਸ ਜਾਂਦੇ, ਸੂਖਮ ਹਉਮੈ ਕਹਿ ਲਓ ਕਿ ਆਪਾਂ ਫਿਰ ਅੰਦਰੋਂ ਦੁਵਿਧਾ ਦੇ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੇ ਆ। ਅਸੀਂ ਅਗਲੇ ਨੂੰ ਤਾਂ ਬੋਲਦੇ ਨਹੀਂ ਲੇਕਿਨ ਅੰਦਰੋਂ ਜੋ ਹੈ ਇਹ ਮਾਇਆ ਬਰੀਕੀ ਦੇ ਵਿੱਚ ਕਾਲ ਸਾਨੂੰ ਨਾਲ ਹੀ ਫਸਾ ਲੈਂਦਾ। ਫਿਰ ਆਪਾਂ ਅੰਦਰ ਨਿੰਦਿਆ ਕਰਦੇ ਹਾਂ। ਕਿਸੇ ਦੇ ਨਾਲ ਬੋਲ ਕੇ ਨਹੀਂ ਕਰਦੇ ਪਰ ਅੰਦਰ ਵਿਚਾਰਾਂ ਦੇ ਰਾਹੀਂ ਦੁਵਿਧਾ ਕਰਦੇ ਆ। ਅਗਲੇ ਨੂੰ ਅੰਦਰੋਂ ਵਿਚਾਰਾਂ ਦੇ ਰਾਹੀਂ ਮੰਦਾ ਬੋਲੀ ਜਾਂਦੇ ਆ। ਸਾਹਮਣੇ ਵਾਲੇ ਨੂੰ ਨਹੀਂ ਪਤਾ ਲੱਗਦਾ ਲੇਕਿਨ ਜੋ ਸਾਡੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਮੌਜੂਦ ਬੈਠੇ ਨੇ, ਘਟ ਘਟ ਮੈਂ ਹਰਿ ਜੀਉ ਵਸੈ ਸੰਤਨ ਕਹਿ ਪੁਕਾਰ। ਹੁਣ ਉਹਨੂੰ ਤਾਂ ਸਾਰਾ ਪਤਾ ਲੱਗਦਾ ਵੀ ਵਿਚਾਰ ਤੇ ਫੁਰਨੇ, ਹੁਣ ਉਹ ਜੋ ਵਿਚਾਰ ਫੁਰਨਿਆਂ ਦੇ ਰਾਹੀਂ ਆਪਾਂ ਅੰਦਰੋਂ ਕਰਦੇ ਆ ਕਿ ਆਪਾਂ ਕੋਈ ਦੁਵਿਧਾ ਦੇ ਵਿਚਾਰ ਲੈਂਦੇ ਆ, ਨਿੰਦਿਆ ਦੇ, ਚੁਗਲੀ ਦੇ, ਕਿਸੇ ਨੂੰ ਮਾੜਾ ਬੋਲਦੇ, ਈਰਖਾ ਜੀ ਕਰਦੇ ਆ ਆਪਾਂ ਕਿ ਉਹ ਸਾਹਮਣੇ ਵਾਲੇ ਬੰਦੇ ਨੇ ਸਾਨੂੰ ਇਹ ਕਿਉਂ ਕਿਹਾ, ਅਸੀਂ ਤਾਂ ਕਿਸੇ ਨੂੰ ਕੁਛ ਕਹਿੰਦੇ ਨਹੀਂ। ਬੇਸ਼ੱਕ ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ, ਆਪਾਂ ਸ਼ੁਰੂਆਤ ਵੀ ਨਹੀਂ ਕਰਦੇ, ਕਾਲ ਤਾਂ ਉਹਨਾਂ ਤੋਂ ਵੀ ਸ਼ੁਰੂਆਤ ਕਰਵਾਊਗਾ। ਅਗਲੇ ਇੰਨਾ ਬਰੀਕੀ ਦੇ ਵਿੱਚ ਖੇਡ ਚੱਲ ਰਿਹਾ ਕਿ ਤੁਸੀਂ ਤੁਹਾਡੇ ਮਨ 'ਚ ਕੋਈ ਵਿਚਾਰ ਨਹੀਂ, ਕੋਈ ਫੁਰਨਾ ਨਹੀਂ, ਤੁਸੀਂ ਕਿਸੇ ਨੂੰ ਕੁਛ ਨਹੀਂ ਕਹਿ ਰਹੇ, ਆਪਦੇ ਰਸਤੇ ਤੇ ਤੁਰੇ ਹੋਏ ਲੇਕਿਨ ਕਾਲ ਨੇ ਅਗਲੇ ਨੂੰ ਭੜਕਾ ਕੇ ਤੁਹਾਡੇ ਮਨ ਨੂੰ ਮੈਲ ਲਾ ਦੇਣੀ। ਉਸਨੇ ਇੰਨਾ ਬਰੀਕੀ ਦੇ ਵਿੱਚ ਖੇਡ ਚੱਲ ਰਿਹਾ ਵੀ ਉਸਨੇ ਹਰ ਪਾਸਿਓਂ ਫਸਾਉਣ ਦੀ ਕੋਸ਼ਿਸ਼ ਕਰਨੀ, ਮਾਲਕ ਬੈਠੇ ਖੇਡ ਦੇਖ ਰਹੇ ਨੇ। ਹੁਣ ਇਹ ਸੱਚੀ-ਮੁੱਚੀ ਖੇਡ ਚੱਲ ਰਿਹਾ ਗੁਰਮੁਖ ਪਿਆਰਿਓ ਤੇ ਹੁਣ ਆਪਾਂ ਨੂੰ ਗੁਰਮੁਖਾਂ ਨੇ ਸਮਝਾਇਆ ਸਹਿਜ 'ਚ ਰਹੋ। ਹੁਣ ਆਪਾਂ ਇਹ ਬਹੁਤ ਔਖਾ ਕਾਰਜ ਆ, ਕਿਵੇਂ ਰਹੀਏ? ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਕਦੋਂ ਸਾਡੇ ਅੰਦਰ ਦੁਵਿਧਾ ਆ ਗਈ, ਕਦੋਂ ਸਾਡੇ ਅੰਦਰ ਵਿਚਾਰ ਆ ਗਿਆ ਤੇ ਹੁਣ ਉਹ ਦੂਰ ਕਿਵੇਂ ਹੋਵੇ ਤੇ ਕਿਵੇਂ ਨਾ ਆਵੇ ਪਹਿਲਾਂ ਤਾਂ। ਇਹ ਤਾਂ ਬਹੁਤ ਵੱਡਾ ਕਹਿ ਲਓ ਕਿ ਸਾਡੇ ਅੰਦਰ ਜਿਗਰਾ, ਸਹਿਣ ਸ਼ਕਤੀ, ਜਰਨ ਸ਼ਕਤੀ ਹੋਣੀ ਚਾਹੀਦੀ ਆ। ਹੁਣ ਗੁਰਮੁਖ ਪਿਆਰਿਓ ਉਹ ਜਿੰਨਾ ਕੁ ਮਾਲਕ ਪ੍ਰੈਕਟੀਕਲੀ ਜਣਾਉਂਦੇ ਉਸ ਹਿਸਾਬ ਦੇ ਨਾਲ 2 ਹੋਰ ਬਹੁਤ ਡੂੰਘਾ ਗਿਆਨ ਹੋਏਗਾ ਲੇਕਿਨ ਜੋ ਤੁੱਛ ਬੁੱਧੀ ਦੇ ਨਾਲ ਵਿਚਾਰ ਮਾਲਕ ਦੇ ਰਹੇ ਨੇ ਉਸ ਦੇ ਹਿਸਾਬ ਦੇ ਨਾਲ ਗੁਰਮੁਖ ਪਿਆਰਿਓ ਸਭ ਤੋਂ ਪਹਿਲਾਂ ਤਾਂ ਉਹ ਮਾਲਕ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਕਦੇ ਵੀ। ਸਾਡੇ ਹਿਰਦੇ ਦੇ ਵਿੱਚ ਉਹ ਸਦੀਵੀ ਤੌਰ ਤੇ ਵਸ ਜਾਣਾ ਚਾਹੀਦਾ। ਸਾਨੂੰ ਇੱਕ ਲੋਰ ਚੜੀ ਰਹੇ ਕਿ ਮੈਂ ਤੇ ਮੇਰਾ ਮਾਲਕ, ਕੁਛ ਨਹੀਂ ਹੋਰ ਇੱਥੇ। ਸਿਰਫ਼ ਮਾਲਕ ਤੇ ਮੈਂ, ਆਪਣੇ ਮਾਲਕ ਦੇ ਰੰਗ ਦੇ ਵਿੱਚ ਅੰਦਰੋਂ ਅੰਤਰਗਤ ਰੰਗੇ ਰਹੋ। ਹੁਣ ਉਹ ਤਾਂ ਹੋਏਗਾ ਜੋ ਉਹਦੇ ਨਾਲ ਪ੍ਰੀਤ ਪਊਗੀ। ਹੁਣ ਉਹਦੇ ਨਾਲ ਪ੍ਰੇਮ ਪਾਉਣ ਦਾ ਜੋ ਸਭ ਤੋਂ ਵੱਡਾ ਤਰੀਕਾ ਹੈ, ਹੁਣ ਕਿਉਂਕਿ ਜਿੱਥੇ ਪ੍ਰੇਮ ਹੁੰਦਾ ਆਪਾਂ ਉਹਦੇ ਨਾਲ, ਉਹਦੇ ਵਿਚਾਰਾਂ 'ਚ, ਉਹਦੀਆਂ ਸੋਚਾਂ 'ਚ, ਬਸ ਉਹਦੇ ਨਾਲ ਲੱਗੇ ਰਹਿੰਦੇ ਆ ਕਿ ਉਹਦੀ ਇੱਕ ਖੁਮਾਰੀ ਚੜੀ ਰਹੇ ਸਾਨੂੰ, ਇੱਕ ਲੋਰ ਜਿਹੀ ਚੜੀ ਰਹੇ, ਇੱਕ ਨਸ਼ਾ ਨਾਮ ਦਾ ਚੜਿਆ ਰਹੇ। ਹੁਣ ਉਹਦੇ ਲਈ ਗੁਰਮੁਖ ਪਿਆਰਿਓ ਸਾਨੂੰ ਪ੍ਰੈਕਟੀਕਲ ਕਰਨਾ ਪਏਗਾ। ਪ੍ਰੈਕਟੀਕਲ ਕਰਨਾ ਪਏਗਾ, ਆਪ ਦੀ ਮੱਤ ਦਾ ਇਸਤੇਮਾਲ ਬੰਦ ਕਰਕੇ ਉਹਨੂੰ ਸਮਰਪਿਤ ਹੋਣਾ ਪਏਗਾ। ਹੁਣ ਉਹ ਸਮਰਪਿਤ ਹੋਣਾ ਸਾਨੂੰ ਸਿਖਾਉਂਦੀ ਹੈ ਗੁਰਬਾਣੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਮਾਲਕ ਨੂੰ ਸਮਰਪਿਤ ਹੋਣਾ ਸਿਖਾਉਂਦੇ ਕਿ ਕਿਵੇਂ ਸਮਰਪਿਤ ਰਹੀਏ। ਹੁਣ ਗੁਰਬਾਣੀ ਸਾਨੂੰ ਤਾਂ ਸਮਝ 'ਚ ਆਏਗੀ ਜਦੋਂ ਆਪਾਂ ਹਾਜ਼ਰ ਹੋਵਾਂਗੇ। ਹਾਜ਼ਰ ਹੋਣ ਲਈ ਸਾਡੀ ਪੌਣ ਸਮ ਹੋਣੀ ਰਹਿਣੀ ਚਾਹੀਦੀ ਆ। ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਦੇ ਪੌਣ ਸਮ ਰਹਿੰਦੀ। ਬਾਰ-ਬਾਰ ਉਸ ਦਰ ਤੇ ਜਾਣਾ ਪਏਗਾ। ਤੇ ਫਿਰ ਗੁਰਮੁਖ ਪਿਆਰਿਓ ਉੱਥੋਂ ਸਾਡੇ ਨਾਮ ਦੇ ਦੁਆਰਾ ਸਾਡਾ ਜੋ ਮਨ ਤਨ ਹੈ ਉਸ ਨੂੰ ਧੋਤਾ ਜਾਂਦਾ, ਇਸ਼ਨਾਨ ਹੁੰਦਾ ਸਾਡੇ ਮਨ ਦਾ। ਵਾਹਿਗੁਰੂ ਗੁਰਮੰਤਰ ਨੂੰ ਜਪਿਆਂ ਸਾਡੇ ਅੰਦਰ ਸਫਾਈ ਹੋਣੀ ਸ਼ੁਰੂ ਹੋ ਜਾਂਦੀ ਆ। ਵਿਚਾਰ ਫੁਰਨੇ ਜੋ ਗੰਦਗੀ ਮੈਲ ਸਾਨੂੰ ਲੱਗੀ ਹੋਈ ਆ, ਸਾਡੇ ਅੰਦਰ ਜੋ ਪਰਜਾ ਪਲ ਰਹੀ ਉਹ ਸਾਡੀ ਹੈਲਪ ਕਰਦੀ ਆ। ਉਹ ਵੀ ਰੋਮ-ਰੋਮ ਫਿਰ ਗੁਰਮੁਖ ਰੋਮ-ਰੋਮ ਹਰਿ ਧਿਆਵੇ, ਰੋਮ-ਰੋਮ ਦੀ ਅਵਸਥਾ ਆਉਂਦੀ, ਸਾਡੇ ਰੋਮ ਵੀ ਜਪਦੇ ਨੇ। ਹੁਣ ਜਦੋਂ ਆਪਾਂ ਅੰਦਰੋਂ ਧੜਕਣ ਦੇ ਨਾਲ ਮਿਲਾਉਂਦੇ ਆ, ਜਿਵੇਂ ਦਿਲ ਪੰਪ ਕਰਦਾ ਸਾਡਾ ਹਾਰਟ ਤੇ ਹੁਣ ਉਹ ਜਿਵੇਂ ਜਿੱਥੇ-ਜਿੱਥੇ ਉਹ ਖੂਨ ਸੁੱਟਦਾ, ਜੇ ਸਾਡੇ ਅੰਦਰ ਰੋਮ-ਰੋਮ ਚੱਲਦਾ, ਉਸਦੇ ਨਾਲ ਵਾਹਿਗੁਰੂ, ਵਾਹਿਗੁਰੂ ਚੱਲਦਾ ਤੇ ਫਿਰ ਗੁਰਮੁਖ ਪਿਆਰਿਓ ਅੰਦਰ ਠੰਡਕ ਜੋ ਹੈ ਉਹ ਸਾਡੇ ਰਹਿਣੀ ਸ਼ੁਰੂ ਹੋ ਜਾਂਦੀ ਕਿਉਂਕਿ ਕਲ ਤਾਤੀ ਠਾਂਡਾ ਹਰਨਾਉ। ਹੁਣ ਵਿਚਾਰ ਤੇ ਫੁਰਨੇ ਸਾਡੇ ਅੰਦਰ ਸਾੜਾ ਲਾ ਦਿੰਦੇ ਆ।
ਅਗਨ ਪੈਦਾ ਕਰਦੇ ਆ, ਜ਼ਹਿਰ ਬਿੱਖ ਪੈਦਾ ਕਰਦੇ, ਜਿਸ ਦੇ ਕਾਰਨ ਜਿਹੜਾ ਸਾਡਾ ਮਨ ਆ, ਉਹ ਬੜੀ ਆਸਾਨੀ ਦੇ ਨਾਲ ਦੁਵਿਧਾ, ਈਰਖਾ, ਚੁਗਲੀ, ਨਿੰਦਿਆ ਤੇ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਜਾਂਦਾ। ਹੁਣ ਜਿਵੇਂ-ਜਿਵੇਂ ਆਪਾਂ ਵਾਹਿਗੁਰੂ ਗੁਰਮੰਤਰ ਦੇ ਦੁਆਰਾ ਠੰਡਕ ਛਿੜਕਾਉਂਦੇ ਜਾਂਦੇ ਨਾਮ ਨੂੰ, ਅੱਗੇ ਨਾਮ ਮਾਲਕ ਦੇ ਮੁਖ ਦੀ ਆਵਾਜ਼ ਨਾਮ ਨੂੰ ਸੁਣਦੇ ਸਾਡੇ ਅੰਦਰ ਠੰਡ-ਠੰਡ ਜਿਹੀ ਰਹਿੰਦੀ, ਸਹਿਜ ਸੁਭਾਏ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਓ। ਹੁਣ ਫਿਰ ਗੁਰਮੁਖ ਪਿਆਰਿਓ, ਉਹਦੇ ਦੁਆਰਾ ਹੌਲੀ-ਹੌਲੀ ਸਾਡੇ ਰੋਮ-ਰੋਮ ਦੇ ਵਿੱਚ ਸਹਿਜ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਲੀ ਦਾ ਮਾਰਗ ਨੀ ਆ, ਸਹਿਜ ਦਾ ਮਾਰਗ ਆ, ਰੰਗ ਲਾਗਤ, ਲਾਗਤ, ਲਾਗਤ ਹੈ, ਭ੍ਰਮ ਭਾਗਤ, ਭਾਗਤ, ਭਾਗਤ ਹੈ। ਹੁਣ ਹੌਲੀ-ਹੌਲੀ ਫਿਰ ਜਦੋਂ ਗੁਰਮੁਖ ਪਿਆਰਿਓ ਸਾਡੇ ਅੰਦਰ ਸਹਿਜ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ, ਅੰਦਰ ਠੰਡਕ ਸਾਡੇ ਪੈਦਾ ਹੋਣੀ ਸ਼ੁਰੂ ਹੋ ਜਾਂਦੀ, ਫਿਰ ਸਾਡੀ ਬਿਰਤੀ ਬਣਦੀ ਆ, ਜੋ ਸਾਡੀ ਅੰਦਰ ਨੀਅਤ ਆ, ਜੋ ਇਸ ਸੰਸਾਰ ਦੇ ਲੋਕਾਂ ਨੂੰ ਨਹੀਂ ਸਮਝ ਦੇ ਵਿੱਚ ਆਉਂਦੀ, ਜੋ ਸਾਡੀ ਬਿਰਤੀ, ਜੋ ਸਾਡਾ ਅੰਦਰ ਹੈ, ਜਿਸ ਨੂੰ ਜੋ ਇਹ ਮਨ ਬੱਚਾ ਇਸ ਨੂੰ ਮੈਲ ਲਾਉਂਦਾ ਆ ਕਾਲ, ਵਿਚਾਰਾਂ ਦੀ ਤੇ ਫੁਰਨਿਆਂ ਦੀ, ਤੇ ਸਾਨੂੰ ਮਨੁੱਖ ਤੋਂ ਪ੍ਰੇਤ ਬਣਾਉਂਦਾ, ਸਾਡੀ ਪ੍ਰੇਤਾਂ ਵਾਲੀ ਬਿਰਤੀ ਹੋ ਜਾਂਦੀ ਆ, ਕਿ ਕਲਯੁੱਗ ਦੇ ਸਮੇਂ ਦੇ ਵਿੱਚ ਨਾਮ ਦੇ ਨਾਲੋਂ ਭੁੱਲ ਕੇ, ਮਾਲਕ ਨੂੰ ਭੁੱਲ ਕੇ ਜੋ ਮਨੁੱਖ ਆ, ਉਸਦੀ ਬਿਰਤੀ ਪ੍ਰੇਤਾਂ ਵਾਲੀ ਹੋ ਗਈ। ਫਿਰ ਉਹ ਸਾਡੀ ਜੋ ਬਿਰਤੀ ਹੈ, ਉਹ ਸੱਚ ਦੇ ਵਿੱਚ ਸਹਿਜ ਸੁਭਾਏ ਅੰਦਰੋਂ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ, ਸਹਿਜ ਸੁਭਾਏ। ਸਾਡੇ ਕਿੱਤਿਆਂ ਨਹੀਂ, ਸਹਿਜ ਸੁਭਾਏ। ਜਦੋਂ ਸਹਿਜ ਸੁਭਾਏ ਸਾਡੇ ਅੰਦਰ, ਫਿਰ ਉਹ ਨੀਅਤ ਬਣਨੀ ਸ਼ੁਰੂ ਹੋ ਜਾਂਦੀ, ਉਹ ਬਿਰਤੀ ਬਣਨੀ ਸ਼ੁਰੂ ਹੋ ਜਾਂਦੀ। ਉਸ ਦੇ ਦੁਆਰਾ ਸਾਡੀ ਜੋ ਬੁੱਧ ਵਿਵੇਕ ਹੁੰਦੀ, ਵਿਵੇਕ ਨਾਮ ਨੂੰ ਕਿਹਾ ਗਿਆ ਗੁਰਮੁਖ ਪਿਆਰਿਓ, ਮਾਲਕ ਨੂੰ ਕਿਹਾ ਗਿਆ। ਹੁਣ ਉਹ ਮਾਲਕ ਦੇ ਗੁਣ ਆਉਣੇ, ਸਫਾਈ ਹੋਣੀ ਸ਼ੁਰੂ ਹੋ ਗਈ, ਮੈਲ ਫੁਰਨੇ ਪਿੱਛੇ ਹਟਣੇ ਸ਼ੁਰੂ ਹੋ ਗਏ, ਗੰਦਗੀ ਸਾਫ਼ ਹੋਣੀ ਸ਼ੁਰੂ ਹੋ ਗਈ, ਤੇ ਅੰਦਰ ਫਿਰ ਨਿਰਮਲ ਭਾਵ ਪ੍ਰਗਟ ਹੋਣਾ ਸ਼ੁਰੂ ਹੋ ਗਿਆ। ਉਹ ਨਿਰਮਲ ਭਾਵ ਕੀ ਹੈ? ਇੱਕ ਅਹਿਸਾਸ, ਇੱਕ ਫੀਲਿੰਗ ਜਿਸ ਦੀ ਕੋਈ ਭਾਸ਼ਾ ਨਹੀਂ, ਉਹ ਹੈ ਮਾਲਕ ਦੇ ਨਾਲ ਪ੍ਰੇਮ। ਨਿਰਮਲ ਭਾਵ ਦੇ ਨਾਲ ਸਾਡੇ ਅੰਦਰ ਇੱਕ ਰਿਸ਼ਤਾ ਉਪਜਣਾ ਸ਼ੁਰੂ ਹੋ ਜਾਂਦਾ। ਹੁਣ ਆਪਾਂ ਇਹ ਸੌਖਾ ਹੋ ਜਾਊਗਾ ਸਮਝਣਾ, ਆਪਾਂ ਦੁਨਿਆਵੀ ਉਦਾਹਰਨ ਲੈਂਦੇ ਹਾਂ। ਹੁਣ ਕੀ ਹੁੰਦਾ ਕਿ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ, ਸਾਨੂੰ ਕੋਈ ਪਹਿਲਾਂ ਕਿਸੇ ਬਾਰੇ ਦੱਸਦਾ ਇੱਥੇ ਹਨਾ, ਕਿ ਵੀ ਮੰਨ ਲਓ ਤੁਹਾਡੇ ਫਰੈਂਡ ਸਰਕਲ ਆ, ਸਾਨੂੰ ਦੱਸਦੇ ਵੀ ਉਹ ਇਨਸਾਨ ਬਹੁਤ ਚੰਗੇ ਆ, ਹਰ ਇੱਕ ਦੀ ਮਦਦ ਕਰਦੇ ਆ, ਵੀ ਤੁਸੀਂ ਵੀ ਉਹ ਵੀ ਸਾਡੇ ਫਰੈਂਡ ਆ ਉਹ, ਜਿਵੇਂ ਗੁਰਮੁਖ ਆਪਾਂ ਨੂੰ ਮਾਲਕ ਦਾ ਭੇਦ ਦਿੰਦੇ, ਤੇ ਉਹ ਫਿਰ ਗੁਰਮੁਖ ਸਾਨੂੰ ਦੱਸਦੇ, ਤੁਸੀਂ ਉਹਨਾਂ ਨੂੰ, ਤੁਸੀਂ ਵੀ ਆਇਆ ਕਰੋ ਸਤ ਸੰਗਤ ਦੇ ਵਿੱਚ, ਸਕੂਲ ਦੇ ਵਿੱਚ, ਇੱਥੇ ਗੁਣ ਸਿਖਾਏ ਜਾਂਦੇ ਮਾਲਕ ਦੇ। ਇਸੇ ਤਰੀਕੇ ਨਾਲ ਫਿਰ ਬਾਹਰੀ ਤੌਰ ਤੇ ਉਹ ਕਹਿੰਦੇ ਉਹਨਾਂ ਬਾਰੇ ਭੇਜ ਦਿੰਦੇ, ਫਿਰ ਇੱਕ ਦਿਨ ਉਹ ਸਾਨੂੰ ਸੱਚ ਦੇ ਸੰਗਤ ਦੇ ਵਿੱਚ ਲੈ ਕੇ ਜਾਂਦੇ, ਜਿਵੇਂ ਇੱਧਰ ਦੁਨਿਆਵੀ ਸਾਨੂੰ ਕੋਈ ਕਿਸੇ ਦੇ ਘਰੇ ਲੈ ਜੇ, ਸਾਡਾ ਉਹਨਾਂ ਦੇ ਨਾਲ ਗੱਲਬਾਤ ਕਰਕੇ, ਵਿਚਾਰ ਕਰਕੇ ਸਾਨੂੰ ਚੰਗਾ ਲੱਗੇ, ਸੁੱਖ ਮਿਲੇ, ਫਿਰ ਅਸੀਂ ਵਾਰ-ਵਾਰ ਉਹਨਾਂ ਦੇ ਘਰੇ ਜਾਣਾ ਪਸੰਦ ਕਰਾਂਗੇ। ਫਿਰ ਸਾਡਾ ਉਹਨਾਂ ਦੇ ਨਾਲ ਇੱਕ ਰਿਸ਼ਤਾ ਬਣਨਾ ਸ਼ੁਰੂ ਹੋਊਗਾ, ਕਿ ਅੰਦਰੋਂ ਸਾਡੇ ਭਾਵਨਾ, ਫੀਲਿੰਗ ਜੋ ਆ ਉਹ ਪ੍ਰਗਟ ਹੋਣੀ ਸ਼ੁਰੂ ਹੋ ਜਾਊਗੀ। ਫਿਰ ਸਾਡਾ ਵਿਵਹਾਰ ਉਹਨਾਂ ਦੇ ਨਾਲ ਪੈ ਜਾਊਗਾ। ਫਿਰ ਇੱਕ ਦਿਨ ਇਹੋ ਜਿਹੀ ਪ੍ਰੀਤ ਪੈ ਜਾਊਗੀ ਗੁਰਮੁਖ ਪਿਆਰਿਓ, ਕਿ ਸਾਡੇ ਤੇ ਮਾਲਕ ਦੇ ਵਿਚਕਾਰ ਮਤਲਬ ਜਿੱਦਾਂ ਆਪਾਂ ਇੱਥੇ ਦੇਖੀਏ, ਕਈਆਂ ਦਾ ਇੰਨਾ ਅਣਪੱਤ ਵਾਲਾ ਰਿਸ਼ਤਾ ਹੁੰਦਾ, ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਇਹ ਬੰਦਾ ਸਾਡੇ ਲਈ ਕੁਛ ਵੀ ਕਰ ਸਕਦਾ। ਤੇ ਵੀ ਆਪਾਂ ਦੇ ਵਿੱਚ ਉਹਨਾਂ ਨਾਲ ਆਪਣੇ ਦੁੱਖ ਸੁੱਖ ਸਾਂਝੇ ਹੋ ਜਾਂਦੇ ਆ, ਹਨਾ। ਕੋਈ ਲੈਣ ਦੇਣ ਦੇ ਵਿੱਚ ਵੀ ਆਪਾਂ ਨੂੰ ਹੁੰਦਾ ਕਿ ਹਾਂ ਵੀ ਇਹ ਸਾਨੂੰ ਦੁਖੀ ਨਹੀਂ ਦੇਖ ਸਕਦੇ, ਸਾਡੇ ਨਾਲ ਅੰਦਰੋਂ ਇਹੋ ਜਿਹਾ ਰਿਸ਼ਤਾ। ਇਸੇ ਤਰੀਕੇ ਨਾਲ ਮਾਲਕ, ਅਸੀਂ ਬਾਰ-ਬਾਰ ਚੌਥੇ ਪਾਤੇ ਜਾਵਾਂਗੇ, ਬਾਰ-ਬਾਰ ਜਾਣਾਂਗੇ, ਬਾਰ-ਬਾਰ ਰੰਗ ਲੱਗੇਗਾ, ਬਾਰ-ਬਾਰ ਗੁਰਮੁਖਾਂ ਦੇ ਨਾਲ ਬੈਠ ਕੇ ਮਾਲਕ ਦੀ ਸਿਫਤ ਸਲਾਹ ਕਰਾਂਗੇ, ਵਿਚਾਰ ਕਰਾਂਗੇ, ਤੇ ਫਿਰ ਸਾਡੇ ਮਨ ਨੂੰ ਉੱਥੇ ਜਦੋਂ-ਜਦੋਂ ਜਾਏਗਾ ਉਹਨੂੰ ਰੰਗ ਲੱਗੇਗਾ ਮਾਲਕ ਦਾ। ਸਾਡਾ ਪਿਆਰ ਪੈਂਦਾ ਜਾਏਗਾ, ਨਿਰਮਲ ਭਾਵ ਉਹ ਅੰਦਰੋਂ ਹੀ ਸਾਡੇ ਹੋਣਾ, ਤੇ ਨਾਲ-ਨਾਲ ਗੁਰਮੁਖ ਪਿਆਰਿਓ, ਇਹ ਵੈਸੇ ਸੁਣੀਆਂ ਸੁਣਾਈਆਂ ਗੱਲਾਂ ਦੇ ਨਾਲ ਨਹੀਂ ਹੋਣਾ, ਨਾਲ ਮਾਲਕ ਆਪ ਆਪਣੇ ਹੋਣ ਦਾ ਅਹਿਸਾਸ ਕਰਾਉਣ ਲੱਗ ਜੂਗੇ। ਮਾਲਕ ਆਪ ਆ ਕੇ ਫਿਰ ਸੁਰਤੀ ਦੇ ਨਾਲ ਵਿਚਰਨਾ ਸ਼ੁਰੂ ਕਰ ਦੂਗੇ।
ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਰਨ, ਅੰਗੀਕਾਰ ਕਰਦੇ ਹੋਏ ਸਾਨੂੰ ਮਹਿਸੂਸ ਹੋਣਗੇ, ਸਾਨੂੰ ਵਿਚਰਨ ਦਾ ਮੌਕਾ ਮਿਲੂਗਾ ਮਾਲਕ ਦੇ ਨਾਲ। ਤੇ ਫਿਰ ਜਦੋਂ ਮਾਲਕ ਪ੍ਰੈਕਟੀਕਲ ਕਰਕੇ ਆਪ ਸਾਡੇ ਸਾਹਮਣੇ ਸਾਡੇ ਨਾਲ ਵਿਚਰਦੇ, ਸਾਡੇ ਨਾਲ ਪਿਆਰ ਦੀ ਅਵਸਥਾ ਦੇ ਵਿੱਚ ਵਿਚਰਦੇ ਹੋਇਆਂ ਆਪਣੇ ਆਪ ਨੂੰ ਜਣਾਊਗੇ ਗੁਰਮੁਖ ਪਿਆਰਿਓ, ਤੇ ਫਿਰ ਸਾਨੂੰ ਪ੍ਰਤੱਖ ਹੋ ਜਾਏਗਾ। ਕਦੋਂ? ਕਿਉਂਕਿ ਮਾਲਕ ਕਿੱਥੇ ਨੇ? ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ। ਹੁਣ ਉਹ ਤ੍ਰੈ ਗੁਣਾ ਤੋਂ ਉੱਤੇ ਨੇ, ਚੌਥੇ ਪਦ ਤੇ। ਹੁਣ ਗੁਰਮੁਖਾਂ ਨੇ ਆਪਣੇ ਸਰੀਰ ਦੇ ਜੋ ਆਪਾਂ ਨੂੰ ਇਹ ਬ੍ਰਹਿਮੰਡ ਦਾ ਨਕਸ਼ਾ, ਇਹ ਸਰੀਰ ਦਿੱਤਾ, ਉਹਦੇ ਹਿਸਾਬ ਦੇ ਨਾਲ ਆਪਾਂ ਕਹੀਏ ਮਾਲਕ ਸਾਡੇ ਸਿਰ ਦੀ ਸਭ ਤੋਂ ਉੱਤੇ ਵਾਲੀ ਜੋ ਜਗ੍ਹਾ ਹੈ ਤਾੜੂ ਦੇ ਉੱਪਰ, ਇੱਥੇ ਮਾਲਕ ਦੀ ਜਗ੍ਹਾ ਆ। ਸਾਡੇ ਸਭ ਤੋਂ ਉੱਤੇ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਲੇਕਿਨ ਗੁਰਮੁਖ ਪਿਆਰਿਓ, ਅੰਤਰਗਤ ਅੰਦਰੋਂ ਪ੍ਰੈਕਟੀਕਲੀ ਸੂਖਮ ਦਾ ਜੋ ਖੇਡ ਚੱਲ ਰਿਹਾ ਉਹਦੇ ਵਿੱਚ ਉਤਰਨਾ ਪਏਗਾ। ਫੇਰ ਸਾਨੂੰ ਪਤਾ ਚੱਲੇਗਾ ਕਿ ਉਹ ਕਿਵੇਂ ਉੱਚੀ ਜਗ੍ਹਾ ਦੇ ਉੱਪਰ ਹੈ, ਕਿਵੇਂ ਸਾਡੇ ਸਿਰ ਦੇ ਉੱਪਰ ਹੈ, ਕਿਵੇਂ ਉਹ ਕਿਹੜੀ ਜਗ੍ਹਾ, ਉਹ ਇਹ ਸਾਰੇ ਅੰਦਰਲੀਆਂ ਬਰੀਕੀਆਂ ਭੇਦ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਏਵੜ ਉੱਚਾ ਹੋਵੇ ਕੋ ਤਿਸ ਉੱਚੇ ਕੋ ਜਾਣ ਸੋਈ। ਵੀ ਇਹ ਇੰਨਾ ਉੱਚਾ ਜੇ ਤੂੰ ਹੋਏਗਾ, ਤੇਰੀ ਸੁਰਤ ਹੋਏਗੀ, ਫੇਰ ਤੂੰ ਉਸ ਉੱਚੇ ਨੂੰ ਜਾਣ ਪਾਊਂਗਾ। ਹੁਣ ਉਹ ਕਿਵੇਂ ਹੋਵਾਂਗੇ? ਜਦੋਂ ਤ੍ਰੈ ਗੁਣਾ ਚੋਂ ਵਿਹਲੇ ਹੋਵਾਂਗੇ, ਜਦੋਂ ਵਿਚਾਰਾਂ ਫੁਰਨਿਆਂ ਚੋਂ ਜੋ ਮਾਇਆ ਬਾਹਰ ਆਕਾਰ ਆ, ਫਿਰ ਅੰਦਰ ਸੂਖਮ ਮਾਇਆ ਜੋ ਵਿਚਾਰ ਫੁਰਨੇ ਚੱਲ ਰਹੇ, ਇਹਨਾਂ ਤੋਂ ਆਪਾਂ ਵਿਹਲੇ ਹੋਵਾਂਗੇ। ਤੇ ਫਿਰ ਆਪਾਂ ਉਸ ਉੱਚੇ ਨੂੰ ਜਿਵੇਂ-ਜਿਵੇਂ ਇੱਧਰੋਂ ਵਿਹਲੇ ਹੁੰਦੇ ਜਾਵਾਂਗੇ, ਉੱਧਰ ਬਿਜ਼ੀ ਹੁੰਦੇ ਜਾਵਾਂਗੇ। ਫਿਰ ਮਾਲਕ ਅੰਗੀਕਾਰ ਕਰਦੇ ਆਪਾਂ ਨੂੰ ਨਜ਼ਰ ਆਉਣਗੇ, ਸੱਚ ਦੇ ਸਨਮੁਖ ਜਾਣ ਦਾ ਮੌਕਾ ਮਿਲੂਗਾ, ਨਾਮ ਨੂੰ ਦਾ ਸਵਾਦ ਚਖਣ ਦਾ ਮੌਕਾ ਮਿਲੂਗਾ। ਨਾਮ ਦੇ ਵਿੱਚ ਸਵਾਦ ਆ। ਨਾਮ ਸੁਰਤ ਤੇ ਸ਼ਬਦ ਦਾ ਮੇਲ ਹੋਏਗਾ। ਇਹ ਫਿਰ ਪ੍ਰੈਕਟੀਕਲੀ ਜਦੋਂ ਹੋਏਗਾ, ਉਹਦੇ ਹੋਣ ਦਾ ਅਹਿਸਾਸ ਹੋਏਗਾ, ਫਿਰ ਗੁਰਮੁਖ ਪਿਆਰਿਓ ਹਰ ਪਲ ਨਾਲ ਹੀ ਰਹਿੰਦਾ, ਕਿਤੇ ਨਹੀਂ ਛੱਡ ਕੇ ਜਾਂਦਾ, ਕਿਤੇ ਵੀ ਨਹੀਂ ਜਾਂਦਾ। ਹਰ ਪਲ ਸਾਡੇ ਨਾਲ ਆ। ਤੇ ਹੁਣ ਫਿਰ ਜਦੋਂ ਆਪਾਂ ਉਹ ਪੁਆਇੰਟ ਡਿਸਕਸ ਕਰਦੇ ਕਿ ਸਭ ਤੋਂ ਪਹਿਲਾਂ ਆਪਾਂ ਆਪਣੀ ਸੁਰਤ ਨੂੰ ਇਹ ਲੈਸਨ ਦ੍ਰਿੜ ਕਰਾਉਣਾ ਕਿ ਇਹ ਜੋ ਇੱਥੇ ਚੱਲ ਰਿਹਾ, ਕਿ ਇਹ 5 ਜਣਿਆਂ ਦਾ ਹੀ ਖੇਡ ਚੱਲ ਰਿਹਾ। ਸਾਹਮਣੇ ਵਾਲਾ ਜਿਹੜਾ ਆਕਾਰ ਸਾਨੂੰ ਕੋਈ ਗਲਤ ਬਚਨ ਬੋਲ ਰਿਹਾ, ਸਾਡੇ ਨਾਲ ਮਿਸਬਿਹੇਵ ਕਰ ਰਿਹਾ, ਹੁਣ ਜੇ ਅਸੀਂ ਭੁੱਲੇ ਹੋਏ, ਅਸੀਂ ਫਿਰ ਉਹਦੇ ਨਾਲ ਦੁਵਿਧਾ ਕਰਦੇ ਹਾਂ, ਉਹਦੇ ਆਕਾਰ ਨੂੰ ਦੇਖ ਕੇ ਉਹਦੇ ਨਾਲ ਇੱਕ ਰਿਸ਼ਤਾ ਕਾਇਮ ਕਰ ਲੈਂਦੇ ਹਾਂ ਕਿ ਉਹ ਸਾਡੇ ਮਾਤਾ ਪਿਤਾ, ਭੈਣ ਭਰਾ, ਹਸਬੈਂਡ ਵਾਈਫ ਕੋਈ ਵੀ ਹੋ ਸਕਦਾ, ਜਾਂ ਕੋਈ ਗੁਆਂਢੀ ਹਨਾ, ਕੋਈ ਵੀ ਹੋ ਸਕਦਾ। ਅਸੀਂ ਉਹਦੇ ਆਕਾਰ ਨੂੰ ਦੇਖ ਕੇ ਦੁਵਿਧਾ ਕਰਦੇ ਕਿ ਇਹ ਬੰਦਾ ਬਹੁਤ ਮਾੜਾ ਆ, ਜਾਂ ਇਹਨੇ ਸਾਨੂੰ ਕਿਉਂ ਬੋਲਤਾ। ਹੁਣ ਜੇ ਅਸੀਂ ਇਹ ਸੋਚੀਏ ਕਿ ਇਹ 5 ਜਾਣੇ ਆ, ਠੀਕ ਆ ਜੀ, ਤੇ ਇਹ ਕਾਲ ਨੇ ਇਹਨਾਂ ਦੇ ਰਾਹੀਂ ਸ਼ਰਾਰਤ ਕੀਤੀ, ਇਹ ਵਿਚਾਰਿਆਂ ਨੂੰ ਨਹੀਂ ਪਤਾ, ਇਹ ਤਾਂ ਸੁੱਤਾ ਪਿਆ ਮਨ, ਉਹਦਾ ਇਸਤੇਮਾਲ 5 ਜਾਣੇ ਕਰ ਰਹੇ, ਤੇ ਫਿਰ ਉਹਦੀ ਸ਼ਿਕਾਇਤ ਕਿਹਨੂੰ ਲਾਉਣੀ ਆ? ਮਾਲਕ ਨੂੰ। ਕਿਉਂਕਿ ਜਦੋਂ ਆਪਾਂ ਮਾਲਕ ਨਾਲ ਰਾਇ ਕਰਦੇ ਹਾਂ, ਮਾਲਕ ਨਾਲ ਵਿਚਾਰ ਕਰਦੇ ਹਾਂ, ਉਹ ਥੋੜ੍ਹਾ ਨਾ ਚੁਗਲੀ ਦਿੰਦੇ ਆ, ਕਿਉਂਕਿ ਸਾਨੂੰ ਪਤਾ ਚੱਲ ਗਿਆ। ਹੁਣ ਜੇ ਅਸੀਂ ਆਪਣੇ ਆਪ ਦੇ ਨਾਲ ਉਹਦੇ ਆਕਾਰ ਨੂੰ ਡਿਸਕਸ਼ਨ ਅੰਦਰ ਕਰੀ ਜਾਵਾਂਗੇ ਕਿ ਵੀ ਇਹ ਦੁਵਿਧਾ ਕਰੀ ਜਾਵਾਂਗੇ ਵੀ ਇਹ ਬੰਦੇ ਨੇ ਏਦਾਂ ਕਹਿ ਤਾ, ਮੈਂ ਹੁਣ ਨੈਕਸਟ ਟਾਈਮ ਕਦੋਂ ਮੌਕਾ ਮਿਲਿਆ ਉਹਨੂੰ ਆਹ ਕਹੂੰਗਾ, ਜਾਂ ਮੈਂ ਰਿਵੇਂਜ ਅੰਦਰ ਸਾਡੇ ਅੰਦਰ ਕੋਈ ਬਦਲੇ ਦੀ ਭਾਵਨਾ ਸ਼ੁਰੂ ਹੋ ਜਾਂਦੀ, ਉਹ ਈਰਖਾ, ਉਹ ਸਾਡੇ ਮਨ ਨੂੰ ਮੈਲ ਲਾਉਂਦੀ। ਫਿਰ ਜੇ ਅਸੀਂ ਉਹਦੇ ਵਿੱਚੋਂ ਪੰਜਾਂ ਨੂੰ, ਕਾਲ ਨੂੰ ਇਹ ਬਰੀਕੀ ਦੇ ਨਾਲ ਦੇਖਾਂਗੇ, ਫਿਰ ਆਪਾਂ ਮਾਲਕ ਨਾਲ ਰਾਇ ਕਰਨੀ ਸ਼ੁਰੂ ਕਰ ਦੇਣੀ ਕਿ ਵਾਹਿਗੁਰੂ ਤੁਸੀਂ ਖੁਦ ਦੇਖ ਲਓ ਵੀ ਇਹ 5 ਜਾਣੇ ਕਾਲ ਹੁਣ ਆਪੇ ਆ ਕੇ ਮੈਨੂੰ ਤੰਗ ਕਰ ਰਿਹਾ, ਮੇਰੇ ਕੋਲ ਕੋਈ ਸਮਰੱਥਾ ਨਹੀਂ ਆ ਵੀ ਮੈਂ ਇਹਦੇ ਨਾਲ ਲੜ ਪਾਵਾਂ, ਕਿਉਂਕਿ ਤੁਸੀਂ ਆਪੇ ਇਹਨੂੰ ਪਾਵਰ ਦਿੱਤੀ ਹੋਈ, ਖੇਡ ਵੀ ਤੁਸੀਂ ਬਣਾਇਆ ਹੋਇਆ, ਤੁਸੀਂ ਏਦਾਂ ਕਰਨਾ ਸ਼ੁਰੂ ਕਰ ਦਿਓ ਅੰਤਰਗਤ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਹੁਣ ਕਹਿੰਦੇ ਮਾਲਕ ਤਾਂ ਨਿਰਵੈਰ ਆ, ਮਾਲਕ ਸਾਡੀ ਵਿਚਾਰ ਸੁਣਦੇ ਆ ਮਾਲਕ ਸਾਡੀ ਵਿਚਾਰ ਪੂਰੀ ਤਰ੍ਹਾਂ ਨਾਲ। ਤੁਸੀਂ ਆਪਣੇ ਆਪ ਪ੍ਰੈਕਟੀਕਲ ਕਰੋਗੇ, ਜਵਾਬ ਆਏਗਾ। ਮਾਲਕ ਨਿਰਵੈਰ ਆ, ਮਾਲਕ ਨੇ ਥੋੜ੍ਹਾ ਨਾ ਸਾਨੂੰ ਅੰਦਰੋਂ ਵਿਚਾਰ ਦੇਣੀ ਇਹ ਕਿ ਕੋਈ ਨਹੀਂ ਤੂੰ ਇਹਨਾਂ ਦੇ ਨਾਲ ਉਹ ਕਰ ਦੇ, ਜਾਂ ਹਨਾ ਕਿ ਵੀ ਹੁਣ ਜੇ ਕਿਸੇ ਨਾਲ ਆਪਾਂ ਕਾਲ ਦੇ 5 ਜਾਣੇ ਆਪਸ 'ਚ ਵਿਚਾਰ ਕਰਦੇ, ਉਹ ਤਾਂ ਸਾਨੂੰ ਨੈਗੇਟਿਵ ਵਿਚਾਰ ਦਿੰਦੇ ਆ ਕਿ ਉਹਨੇ ਤੈਨੂੰ ਇੱਕ ਕਿਹਾ ਤੂੰ 4 ਕਹਿ। ਹੁਣ ਆਪਾਂ ਇਹਨਾਂ ਨਾਲ ਨਹੀਂ ਵਿਚਾਰ ਕਰਨੀ ਅੰਦਰੋਂ, ਜਦੋਂ ਆਪਾਂ ਅੰਦਰੋਂ ਦੁਵਿਧਾ, ਈਰਖਾ, ਇਸ ਤਰ੍ਹਾਂ ਦੀ ਵਿਚਾਰਾਂ ਚੱਲਦੀਆਂ ਸਾਡੇ, ਅਸੀਂ 5 ਨਾਲ ਵਿਚਾਰ ਕਰ ਰਹੇ ਹੁੰਦੇ ਹਾਂ, ਆਪਦੇ ਕੀਮਤੀ ਸਵਾਸ ਖਰਾਬ ਕਰਦੇ ਹੋਏ ਇਹਨਾਂ ਨਾਲ ਡਿਸਕਸ਼ਨ ਕਰ ਰਹੇ ਹੁੰਦੇ ਵੀ ਕੀ ਕਰੀਏ। ਇਹਨਾਂ ਨਾਲ ਨਹੀਂ ਡਿਸਕਸ਼ਨ ਕਰਨੀ ਆਪਾਂ ਮਾਲਕ ਨਾਲ ਰਾਇ ਕਰਨੀ। ਮਹਾਰਾਜ ਕਹਿੰਦੇ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੀ। ਕਹਿੰਦੇ ਉਹ ਵੈਦ ਵੀ ਆ,
ਠੀਕ ਆ? ਤੇ ਉਹ ਮਾਲਕ ਨਿਰਵੈਰ ਆ, ਵੈਦ ਆ, ਉਹਨੇ ਸਾਨੂੰ ਆਪੇ ਦੱਸ ਦੇਣਾ ਕਿ ਪੰਜਾਂ ਦੇ ਨਾਲ ਉਹਨੇ ਆਪ ਸਾਡੇ ਰੋਗ ਜੋ ਹੈ ਪੰਜਾਂ ਦੇ, ਉਹ ਸਾਨੂੰ ਤੰਗ ਕਰਦੇ, ਕਾਲ ਸਾਨੂੰ ਤੰਗ ਕਰ ਰਿਹਾ, ਮਾਲਕ ਨਾਲ ਰਹਿ ਕਰੋ। ਜਦੋਂ ਮਾਲਕ ਨਾਲ ਰਹਿ ਕਰਾਂਗੇ, ਸਾਡੇ ਅੰਦਰ ਨਿਰਮਲ ਭਾਵ ਹੋਊਗਾ, ਸਾਡੇ ਅੰਦਰ ਦੁਵਿਧਾ, ਈਰਖਾ, ਚੁਗਲੀ, ਦਵੈਤ ਨਹੀਂ ਹੋਊਗੀ, ਕਿਸੇ ਦੇ ਆਕਾਰ ਨੂੰ ਦੇਖ ਕੇ ਨਹੀਂ ਆਪਾਂ ਕਰਾਂਗੇ। ਫਿਰ ਸਾਡੇ ਅੰਦਰ ਤਰਸ ਆਏਗਾ, ਆਪਾਂ ਮਾਲਕ ਨੂੰ ਕੀ ਬੇਨਤੀ ਕਰਾਂਗੇ, "ਸੱਚੇ ਪਾਤਸ਼ਾਹ ਇਹ ਵੀ ਮਨ ਬੱਚਾ ਸਾਡਾ ਸੰਜੋਗੀ ਆ। ਖੇਡ ਖੇਡਣ ਦੇ ਲਈ ਆਇਆ ਹੋਇਆ, ਤੁਸੀਂ ਕਿਰਪਾ ਕਰੋ ਕਿ ਇਹ ਵਿਚਾਰੇ ਵੀ ਫਸੇ ਹੋਏ ਨੇ, ਵੀ ਇਹਨਾਂ ਤੇ ਵੀ ਕਿਰਪਾ ਕਰ ਦਿਓ ਵੀ ਇਹਨਾਂ ਨੂੰ ਇਹ ਵੀ ਸਮਝ ਜਾਣ ਕਹਾਣੀ।" ਤਰਸ ਆਏਗਾ, ਹਰ ਇੱਕ ਤੇ ਆਏਗਾ, ਚਾਹੇ ਕਿਸੇ ਨਾਲ ਸਾਡਾ ਰਿਸ਼ਤਾ ਹੈ, ਚਾਹੇ ਕਿਸੇ ਨਾਲ ਸਾਡਾ ਦੁਨਿਆਵੀ ਤੌਰ ਤੇ ਰਿਸ਼ਤਾ ਨਹੀਂ। ਮਨ ਕਰਕੇ ਆਪਾਂ ਸਾਰੇ ਇੱਕ ਮਾਲਕ ਦੇ ਬੱਚੇ, ਭੈਣ-ਭਰਾ ਆ। ਜਦੋਂ ਆਪਾਂ ਇਸ ਤਰੀਕੇ ਨਾਲ ਕਰਨਾ ਸ਼ੁਰੂ ਕਰਾਂਗੇ, ਫਿਰ ਮਾਲਕ ਦੀ ਜ਼ਿੰਮੇਵਾਰੀ ਹੋ ਜਾਂਦੀ ਆ। ਉਹ ਸੁਣਦਾ ਆ, ਸੁਣਦਾ ਹੀ ਨਹੀਂ, ਉਹ ਹਰ ਪਲ, ਹਰ ਛਿਨ ਸਾਡੀ ਆਪ ਰਾਖੀ ਕਰਦਾ, ਆਪ ਅੰਗੀਕਾਰ ਕਰਦਾ। ਤੇ ਫਿਰ ਗੁਰਮੁਖ ਪਿਆਰਿਓ, ਮਾਲਕ ਨੂੰ ਗੁਰਬਾਣੀ ਗੁਰੂ ਦੇ ਵਿੱਚ ਨਿਰਭਉ ਵੀ ਕਿਹਾ ਗਿਆ, ਮਾਲਕ ਦੇ ਗੁਣ ਨੇ। ਮਹਾਰਾਜ ਕਹਿੰਦੇ ਗੁਰ ਪੂਰਾ ਨਿਰਭਉ ਸਦਾ, ਸਦਾ ਉਹ ਆਪ ਨਿਰਭਉ ਆ, ਅਸੀਂ ਪੰਜਾਂ ਤੋਂ ਡਰਦੇ ਆ ਅੰਦਰੋਂ। ਕਾਲ ਤੋਂ ਡਰਦੇ ਆ, ਅਸੀਂ ਭੈ ਦੇ ਵਿੱਚ ਆ, ਅਸੀਂ ਭਰਮ ਦੇ ਵਿੱਚ ਆ ਜਾਂਦੇ, ਉਹਦੇ ਕਾਰਨ ਅਸੀਂ ਕੁਛ ਗਲਤ ਡਿਸੀਜ਼ਨ ਲੈ ਲੈਂਦੇ, ਜਿਨ੍ਹਾਂ ਦੇ ਕਾਰਨ ਸਾਡਾ ਮਾਲਕ ਨਾਲ ਵਿਛੋੜਾ ਪੈ ਜਾਂਦਾ। ਮਾਲਕ ਨਹੀਂ ਸਾਨੂੰ ਸਜ਼ਾ ਦਿੰਦੇ ਕਦੇ ਵੀ। ਅਸੀਂ ਇਸ ਪ੍ਰੋਸੈਸ ਨੂੰ, ਇਸ ਗੇਮ ਨੂੰ, ਇਸ ਖੇਡ ਨੂੰ ਸਮਝਦੇ ਨਹੀਂ। ਇਸ ਕਰਕੇ ਅਸੀਂ ਰਹਿ ਹਮੇਸ਼ਾ ਪੰਜਾਂ ਨਾਲ ਕਰਦੇ। ਤੁਸੀਂ ਆਪ ਦੇਖਿਓ ਕਿ ਜਿੱਥੇ ਅਸੀਂ ਫਸ ਜਾਂਦੇ ਆ, ਜਿੱਥੇ ਸਾਡੇ ਅੰਦਰ ਵਿਚਾਰ ਫੁਰਨੇ ਘਰ ਕਰ ਜਾਂਦੇ, ਅਸੀਂ ਪੰਜਾਂ ਨਾਲ ਰਹਿ ਕਰਨੀ ਸ਼ੁਰੂ ਕਰ ਦਿੰਦੇ। ਇਹਨਾਂ ਨਾਲ ਕਿਉਂ ਰਹਿ ਕਰਨੀ? ਇਹਨਾਂ ਨਾਲ ਤਾਂ ਸਾਡਾ ਖੇਡ ਚੱਲ ਰਿਹਾ। ਹੁਣ ਵਿਰੋਧੀ ਟੀਮ ਆ, ਅਸੀਂ ਉਹਨਾਂ ਨਾਲ ਆਪਦੇ ਬੈਨੀਫਿਟਸ ਦੀ ਜਾਂ ਆਪਣੇ ਲਾਭ ਦੀ ਕੋਈ ਰਾਏ ਕਰਾਂਗੇ। ਅਗਲੇ ਨੇ ਥੋੜ੍ਹਾ ਨਾ ਚਾਹਣਾ ਕਿ ਵੀ ਤੁਸੀਂ ਨਿਕਲ ਜਾਓ। ਉਹਨਾਂ ਨੇ ਤਾਂ ਸਾਨੂੰ ਸਗੋਂ ਹੋਰ ਫਸਾਉਣਾ ਗਲਤ ਰਾਏ ਦੇ ਕੇ ਕਿ ਇਹਨਾਂ ਦਾ ਵਿਛੋੜਾ ਹੀ ਪਿਆ ਰਵੇ ਮਾਲਕ ਤੋਂ। ਆਪਾਂ ਹੁਣ ਪੰਜਾਂ ਨਾਲ ਰਹਿ ਨਹੀਂ ਕਰਨੀ, ਕਾਲ ਨਾਲ ਨਹੀਂ ਰਹਿ ਕਰਨੀ, ਅਸੀਂ ਤਾਂ ਆਪਦੇ ਮਾਲਕ ਨਾਲ ਰਹਿ ਕਰਨੀ। ਉਹ ਨੇੜੇ ਹਰ ਪਲ, ਹਰ ਛਿਨ, ਹਰ ਵਕਤ ਸਭ ਤੋਂ ਨੇੜੇ ਮਾਲਕ ਨੇ ਸਾਡੇ। ਹੁਣ ਮਹਾਰਾਜ ਕਹਿੰਦੇ ਗੁਰ ਪੂਰਾ ਨਿਰਭਉ ਸਦਾ, ਮਾਲਕ ਪੂਰੇ ਨਿਰਭਉ ਨੇ, ਨਿਰਵੈਰ ਵੀ ਨੇ ਤੇ ਨਿਰਭਉ ਨੇ। ਕਿਸੇ ਤੋਂ ਡਰਦੇ ਵੀ ਨਹੀਂ। ਸਾਡੇ ਅੰਦਰ ਵੀ ਇਹ ਗੁਣ ਆਉਣੇ ਸ਼ੁਰੂ ਹੋ ਜਾਣੇ ਕਿ ਅਸੀਂ ਵੀ ਕਾਲ ਤੋਂ, ਪੰਜਾਂ ਤੋਂ ਨਿਰਭਉ ਹੋ ਜਾਵਾਂਗੇ। ਜੋ ਮਰਜ਼ੀ ਹੋ ਜੇ, ਸਾਡੇ ਮਾਲਕ ਬੈਠੇ ਨੇ, ਉਸ ਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਕਾਲ ਪੰਜ ਸਾਨੂੰ ਵਿਚਾਰਾਂ ਤੇ ਫੁਰਨਿਆਂ ਦੇ ਰਾਹੀਂ ਭਰਮਾ ਕੇ, ਡਰਾ ਕੇ, ਗੁਰਮੁਖ ਪਿਆਰਿਓ ਸਾਡੇ ਸਵਾਸਾਂ ਦਾ ਧਨ ਗਲਤ ਜਗ੍ਹਾ ਤੇ ਖਰਚ ਕਰਾਉਂਦਾ, ਹੋਰ ਇਹ ਕੁਛ ਨਹੀਂ ਕਰ ਸਕਦਾ। ਕਿਉਂਕਿ ਮਾਲਕ ਦੇ ਹੁਕਮ ਦੇ ਵਿੱਚ ਆ, ਜਿਹਦਾ ਮਾਲਕ ਵਾਲੀ ਹੋ ਗਿਆ, ਜਿਹਦੇ ਵੱਲ ਮਾਲਕ ਹੋ ਗਿਆ, ਜਿਹਨੂੰ ਮਾਲਕ ਤੇ ਭਰੋਸਾ ਆ ਗਿਆ, ਗੁਰਮੁਖ ਪਿਆਰਿਓ, ਉਹਦਾ ਬਾਲ ਵੀ ਨਹੀਂ ਵਿੰਗਾ ਹੋ ਸਕਦਾ। ਮਾਲਕ ਤਾਂ ਇੰਨਾ ਜ਼ਿਆਦਾ ਪਿਆਰ ਕਰਦੇ ਸਾਨੂੰ। ਸਿਰਫ ਭਰੋਸੇ ਦੀ ਗੱਲ ਆ ਕਿ ਅਸੀਂ ਭਰੋਸਾ ਰੱਖਣਾ। ਤੇ ਮਹਾਰਾਜ ਕਹਿੰਦੇ ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ। ਕਹਿੰਦੇ ਹੁਣ ਉਹ ਮਾਲਕ ਆਪ ਨਿਰਭਉ, ਕਿਸੇ ਤੋਂ ਡਰਦਾ ਨੀਗਾ। ਤੇ ਫਿਰ ਗੁਰਮੁਖ ਪਿਆਰਿਓ, ਜਿਹੜੇ ਜੰਮ ਸਾਨੂੰ ਡਰਾਉਂਦੇ ਨੇ ਬਾਰ-ਬਾਰ, ਤੇ ਫਿਰ ਗੁਰਮੁਖ ਪਿਆਰਿਓ, ਉਹਨਾਂ ਜਮਾਂ ਤੋਂ ਸਾਡਾ ਛੁਟਕਾਰਾ ਹੋ ਜਾਊਗਾ। ਉਹ ਆਪ ਸਾਡੇ ਤੋਂ ਡਰਨੇ ਸ਼ੁਰੂ ਹੋ ਜੂਗੇ ਜਦੋਂ ਅਸੀਂ ਉਹਦੇ ਹੁਕਮ ਦੇ ਵਿੱਚ ਆ ਗਏ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੇ ਸਾਨੂੰ ਅਥਾਹ ਭਰੋਸਾ ਆ ਗਿਆ। ਜਦੋਂ ਆਪਾਂ ਭਰਮ ਚੋਂ ਬਾਹਰ ਨਿਕਲੇ। ਸੋ ਇਸ ਕਰਕੇ ਉਹ ਸਤਿਗੁਰ ਸੱਚੇ ਪਾਤਸ਼ਾਹ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ-ਜਿੱਥੇ ਮੈਨੂੰ ਲਏ ਛੁਡਾਈ। ਉਹ ਜਿੱਥੇ ਵੀ ਤੁਸੀਂ ਮਹਿਸੂਸ ਕਰੋਗੇ, ਮਾਲਕ ਸਦਾ ਹੀ ਸਾਡੇ ਅੰਗ ਸੰਗ, ਸਾਡੇ ਨਾਲ ਆਪ ਜ਼ਿੰਮੇਵਾਰੀ ਚੁੱਕਦਿਆਂ ਹੋਇਆਂ ਸਾਨੂੰ ਪੰਜਾਂ ਤੋਂ, ਕਾਲ ਦੇ ਬੰਧਨਾਂ ਚੋਂ ਮੁਕਤ ਕਰਾਉਂਦੇ, ਸਾਨੂੰ ਸੋਝੀ ਬਖਸ਼ਦੇ ਆ। ਸਾਨੂੰ ਨਿਰਭਉ, ਨਿਰਵੈਰ ਹੋ ਕੇ ਜੀਵਨ ਜਾਂਚ ਸਿਖਾਉਂਦੇ ਆ ਵੀ ਤੁਸੀਂ ਕਿਸੇ ਦੇ ਨਾਲ ਅੰਦਰੋਂ ਵੀ ਵੈਰ ਵਿਰੋਧ ਨਹੀਂ ਰੱਖਣਾ। ਦਇਆ, ਸਹਿਣਸ਼ੀਲਤਾ ਸਾਡੇ ਅੰਦਰ ਜਰ ਸ਼ਕਤੀ ਜੋ ਹੈ ਉਹ ਪੈਦਾ ਕਰਦੇ। ਕਿਵੇਂ ਜਰਨਾ ਤੁਸੀਂ, ਕਿਵੇਂ ਤੁਹਾਡੀ ਪਾਵਰ ਸਟੋਰ ਹੋਵੇ, ਕਿਉਂਕਿ ਇਹ ਸਾਡੇ ਅੰਦਰ ਜਰ ਸ਼ਕਤੀ ਖਤਮ ਕਰਦਾ ਕਿ ਇਹ ਜਰਨ ਨਾ ਕਿਸੇ ਚੀਜ਼ ਨੂੰ। ਜੋ ਸਾਡੀ ਪਾਵਰ ਬਣਦੀ ਆ ਉਹ ਅਸੀਂ ਨਾ ਜਦੋਂ ਜਰਦੇ ਨਹੀਂ, ਅਸੀਂ ਆਪਦੀ ਪਾਵਰ ਉੱਥੇ ਖਰਚ ਕਰ ਦਿੰਦੇ ਆ ਸਵਾਸਾਂ ਦੇ ਰਾਹੀਂ, ਕਿਉਂਕਿ ਆਪਾਂ ਵੱਧ ਖਰਚਾ ਕਰ ਲੈਂਦੇ ਜਦੋਂ ਸਾਡੇ ਅੰਦਰ ਜਰਨ ਸ਼ਕਤੀ ਨਹੀਂ ਹੈਗੀ।
ਤਮੋਗੁਣ, ਰਜੋਗੁਣ ਤੇ ਸਾਡੇ ਸਵਾਸ ਤਮੋਗੁਣ ਤੇ ਬਹੁਤ ਖਰਚ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਅਸੀਂ ਅੱਗ ਦੇ ਵਿੱਚ ਸੜਦੇ ਹਾਂ ਗੁਰਮੁਖ ਪਿਆਰਿਓ। ਤੇ ਅੰਦਰੋਂ ਸਾਡੇ ਅੰਦਰ ਦੁਵਿਧਾ, ਈਰਖਾ ਜਿਹੇ ਵਿਚਾਰ ਚੱਲਦੇ ਕਿਉਂਕਿ ਜਰਨ ਸ਼ਕਤੀ ਹੋਊਗੀ ਤੇ ਸਹਿਜ ਦੇ ਵਿੱਚ ਰਵਾਂਗੇ। ਸੋ ਸਹਿਜ ਵਿੱਚ ਰਹਿਣ ਦਾ ਤਰੀਕਾ ਹੈ, ਸਹਿਜ ਨੂੰ ਮਹਿਸੂਸ ਕਰੋ, ਸਹਿਜ ਨੂੰ ਆਪਦੇ ਅੰਗ ਸੰਗ ਸਮਝੋ, ਆਪਣੇ ਨਾਲ ਲੈ ਕੇ ਚੱਲੋ, ਮਾਲਕ ਨਾਲ ਵਿਚਾਰਾਂ ਕਰੋ, ਮਾਲਕ ਨਾਲ ਰਹਿ ਕਰਦੇ ਰਹੋ। ਹੁਣ ਗੁਰਮੁਖ ਪਿਆਰਿਓ ਫਿਰ ਇਹਨਾਂ ਨੇ ਇਹ ਸਾਰਾ ਕੁਛ ਆਪਾਂ ਨੂੰ ਭੁਲਾਉਣਾ ਹੁੰਦਾ। ਆਪਾਂ ਨੂੰ ਫਟਾਫਟ ਇਹਨਾਂ ਨੇ ਸਾਨੂੰ ਪਹਿਲਾਂ ਕੰਟਰੋਲ 'ਚ ਕਰਨਾ ਹੁੰਦਾ, ਹਨਾ? ਕਿ ਵੀ ਇਹਨਾਂ ਨੂੰ ਕੋਈ ਸੋਝੀ ਨਾ ਰਹਿ ਜੇ, ਮਾਲਕ ਨਾ ਕਿਤੇ ਮਾਲਕ ਦੇ ਅੰਗ ਸੰਗ, ਮਾਲਕ ਦੇ ਸਨਮੁਖ ਨਾ ਚੱਲ ਜਾਣ। ਸੋ ਇਸ ਕਰਕੇ ਆਪਾਂ ਸੱਚ ਦੀ ਸੰਗਤ ਦੇ ਵਿੱਚੋਂ ਇਹ ਲੈਸਨ ਦ੍ਰਿੜ ਕਰਨਾ ਹੁੰਦਾ, ਨਾਲ-ਨਾਲ ਮਾਲਕ ਦੇ ਅੱਗੇ ਬੇਨਤੀ ਕਰਨੀ ਹੁੰਦੀ ਕਿ ਸੱਚੇ ਪਾਤਸ਼ਾਹ ਸਾਨੂੰ ਅਜਿਹੀ ਮੱਤ ਦਿਓ ਕਿ ਸਦਾ-ਸਦਾ ਸਾਡਾ ਧਿਆਨ ਤੁਹਾਡੇ ਵਿੱਚ ਲੱਗਾ ਰਹੇ। ਇਹਨਾਂ ਦੇ ਕਾਰਵਾਈ ਪਾਉਣ ਤੋਂ ਪਹਿਲਾਂ ਹੀ ਗੁਰਮੁਖ ਪਿਆਰਿਓ ਸਾਨੂੰ ਅਹਿਸਾਸ ਹੋ ਜੇ ਕਿ ਹੁਣ ਕਾਰਵਾਈ ਪੈਣ ਲੱਗੀ ਤੇ ਫਟਾਫਟ ਅਸੀਂ ਭੱਜ ਕੇ ਮਾਲਕ ਦੇ ਸਨਮੁਖ ਚਲੇ ਜਾਈਏ। ਉੱਥੇ ਸਾਡਾ ਇਹ ਕੁਛ ਨਹੀਂ ਵਿਗਾੜ ਸਕਦੇ। ਜਦੋਂ ਅਸੀਂ ਮਾਲਕ ਨੂੰ ਵਿਸਾਰ ਕੇ ਇਹਨਾਂ ਦੇ ਸੰਗ ਜਾਂਦੇ, ਇਹਨਾਂ ਦੀ ਗੱਲ ਸੁਣਦੇ ਆ, ਧਿਆਨ ਨਾਲ ਇਹ ਵਿਚਾਰ ਫੁਰਨੇ ਅੰਦਰ ਲੈ ਕੇ ਜਾਂਦੇ ਆ, ਕਾਰਾਂ ਨੂੰ ਦ੍ਰਿੜ ਕਰਦੇ ਆ, ਫਿਰ ਅਸੀਂ ਫਸ ਜਾਂਦੇ ਹਾਂ। ਆਪਾਂ ਫਿਰ ਫਸ ਗਏ ਭਵ ਸਾਗਰ ਦੇ ਵਿੱਚ ਕਹਿ ਲਓ। ਤੇ ਗੁਰਮੁਖ ਪਿਆਰਿਓ ਸਾਡਾ ਮਾਲਕ ਇੰਨਾ ਜ਼ਿਆਦਾ ਕਿਰਪਾਲੂ ਆ, ਦਿਆਲੂ ਆ ਗੁਰਮੁਖ ਪਿਆਰਿਓ, ਅਸੀਂ ਭਵ ਸਾਗਰ ਦੇ ਵਿੱਚ ਡੁੱਬੇ ਹੋਏ ਆ, ਡੁੱਬ ਰਹੇ ਆ ਤੇ ਮਾਲਕ ਸਾਡੇ ਮੱਥੇ ਦੇ ਸਾਹਮਣੇ ਬੈਠੇ ਸਾਡਾ ਖੇਡ ਦੇਖਦੇ ਆ ਵੀ ਮੇਰਾ ਪੁੱਤ ਕੋਸ਼ਿਸ਼ ਕਰ ਰਿਹਾ ਲੇਕਿਨ ਫਸ ਜਾਂਦਾ। ਫਿਰ ਉੱਥੇ ਇਹਨਾਂ ਦੇ ਨਾਲ ਚਲੇ ਜਾਂਦਾ, ਹੁਣ ਆਪਣਾ ਨੁਕਸਾਨ ਕਰੇਗਾ। ਪਤਾ ਨਹੀਂ ਕਿੰਨਾ ਸਮਾਂ, ਕਿਹੜਾ ਵਿਚਾਰ ਸਾਡੇ ਅੰਦਰ ਕਿੰਨਾ ਟਾਈਮ ਤੱਕ ਟਿਕਣਾ ਤੇ ਉਹਨੇ ਕਿੰਨੀ ਮੈਲ ਲਾਉਣੀ, ਕਿੰਨੇ ਸਵਾਸਾਂ ਦਾ ਧਨ ਆਪਾਂ ਖਰਚ ਕਰਨਾ। ਤੇ ਹੁਣ ਗੁਰਮੁਖ ਪਿਆਰਿਓ ਮਾਲਕ ਵੀ ਸਾਹਮਣੇ ਦੇਖ ਰਹੇ ਕਿ ਵੀ ਬੱਚਾ ਡੁੱਬਦਾ ਪਿਆ। ਮਾਲਕ ਕਿੰਨੇ ਕਿਰਪਾਲੂ, ਦਇਆਲੂ, ਗਲਤੀਆਂ ਵੀ ਸਾਡੀਆਂ ਆਪਣੇ ਕਰਮਾਂ ਦੇ ਕਰਕੇ, ਆਪਣੀਆਂ ਗਲਤੀਆਂ ਦੇ ਕਰਕੇ ਆਪਾਂ ਡੁੱਬਦੇ ਹਾਂ। ਆਪਾਂ ਲੈਸਨ ਭੁੱਲਦੇ ਸੱਚ ਦੀ ਸੰਗਤ 'ਚੋਂ ਜੋ ਸਾਨੂੰ ਲੈਸਨ ਦ੍ਰਿੜ ਕਰਾਇਆ ਜਾਂਦਾ। ਮਾਲਕ ਸਾਨੂੰ ਭਾਵ-ਜਲ ਦੇ ਵਿੱਚ ਡੁੱਬਦਿਆਂ ਦੀ ਚਿੰਤਾ ਕਰਦਾ। ਆਪਣੇ ਬੱਚੇ ਦੀ ਚਿੰਤਾ ਕਰਦਾ, ਸਾਰਿਆਂ ਦੀ ਚਿੰਤਾ ਕਰਦੇ ਨੇ, ਚਾਹੇ ਕੋਈ ਮਨਮੁਖ ਵਿਅਕਤੀ ਤੇ ਚਾਹੇ ਕੋਈ ਗੁਰਮੁਖ ਵਿਅਕਤੀ। ਤੋਂ ਵੱਡਾ ਸਬੂਤ ਇਹ ਆ ਕਿ ਅੰਤਮ ਵੇਲੇ ਮਾਲਕ ਸਾਰਿਆਂ ਦੀ ਚਿੰਤਾ ਕਰਦੇ, ਆਪਣੀ ਆਵਾਜ਼ ਸੁਣਾ ਕੇ ਸਾਨੂੰ ਆਵਾਜ਼ ਮਾਰਦੇ, ਪੁੱਤ ਮੈਂ ਇੱਥੇ ਆ, ਇੱਧਰ ਆ ਜਾਓ। ਲੇਕਿਨ ਗੁਰਮੁਖ ਪਿਆਰਿਓ ਸਾਨੂੰ ਭੇਦ ਨਾ ਹੋਣ ਕਰਕੇ ਆਪਾਂ ਭਰਮ ਦੇ ਵਿੱਚ ਹੋਣ ਕਰਕੇ, ਭੁੱਲ ਚੁੱਕੇ ਹੋਣ ਕਰਕੇ ਆਪੇ ਹੀ ਵਿਸਾਰ ਦਿੰਦੇ, ਮਾਲਕ ਤਾਂ ਨਹੀਂ ਸਾਨੂੰ ਵਿਸਾਰਦੇ ਅੰਤਮ ਵੇਲੇ ਤੱਕ, ਆਪਾਂ ਮਾਲਕ ਨੂੰ ਵਿਸਾਰ ਦਿੰਦੇ। ਸੋ ਜਿਹੜੇ ਅਭਿਆਸੀ ਖੋਜੀ ਮਨ ਮਾਲਕ ਦੇ ਜੋ ਆਗਿਆਕਾਰੀ ਬੱਚੇ ਹੁੰਦੇ ਨੇ, ਜੋ ਮਿਹਨਤ ਕਰਦੇ ਨੇ, ਡਿਫਰੈਂਸ ਤਾਂ ਹੈ ਨਾ, ਇੱਕ ਤ੍ਰੈ ਗੁਣਾਂ ਦਾ ਹੀ ਵਪਾਰ ਕਰੀ ਜਾਂਦੇ ਮਾਲਕ ਨੂੰ ਭੁੱਲ ਕੇ। ਜੋ ਖੋਜੀ ਮਨ ਜਿਨ੍ਹਾਂ ਦੀ ਕਾਲ ਨਾਲ ਫਿਰ ਟੱਕਰ ਸ਼ੁਰੂ ਹੋ ਜਾਂਦੀ, ਉਹ ਲੋਕ ਦੀਆਂ ਚੀਜ਼ਾਂ ਨਹੀਂ ਚਾਹੁੰਦੇ, ਪਰਲੋਕ ਦੇ ਵਿੱਚ ਮਾਲਕ ਦੇ ਚਰਨਾਂ ਦੇ ਵਿੱਚ ਨਿਵਾਸ ਕਰਨਾ ਚਾਹੁੰਦੇ ਨੇ। ਉਹਨਾਂ ਦੀ ਬਿਰਤੀ ਇਹੋ ਜਿਹੀ ਬਣ ਜਾਂਦੀ, ਉਹਨਾਂ ਦੀ ਫਿਰ ਰੱਖਿਆ ਤੇ ਮਾਲਕ ਆਪ ਆਉਂਦੇ ਨੇ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਸਮੇਂ ਦੀ ਹਕੂਮਤ, ਕਾਲ ਦੇ ਪ੍ਰਭਾਵ ਦੇ ਵਿੱਚ ਚੱਲ ਕੇ ਉਹਨਾਂ ਦੇ ਨਾਲ ਗੁਰਮੁਖ ਪਿਆਰਿਓ ਫਿਰ ਉਹਨਾਂ ਨੂੰ ਦੁੱਖ ਦਿੰਦੀ ਆ, ਉਹਨਾਂ ਤੇ ਜ਼ੁਲਮ ਕਰਦੇ ਆ। ਮਾਲਕ ਫਿਰ ਆਪ ਆ ਕੇ ਆਪਣੇ ਭਗਤਾਂ ਦੀ ਰੱਖਿਆ ਕਰਦੇ ਆ। ਆਪ ਅੰਗੀਕਾਰ ਕਰਦੇ, ਮਾਲਕ ਆਪ ਫਿਰ ਭਾਵ ਦਿਲ ਦੇ ਵਿੱਚ ਡੁੱਬਦੇ ਹੋਏ ਮਨ ਬੱਚੇ ਨੂੰ ਉੱਥੋਂ ਚਿੰਤਾ ਕਰਕੇ ਫਿਰ ਮਾਲਕ ਬਾਹੋਂ ਫੜ ਕੇ ਭਾਵ ਸਾਗਰ ਦੇ ਵਿੱਚੋਂ ਆਪ ਕੱਢ ਕੇ ਆਪਣੇ ਕੰਠ ਨਾਲ ਲਾ ਲੈਂਦੇ ਆ। ਹੈ ਗੁਰਮੁਖ ਪਿਆਰਿਓ ਅਜਿਹਾ ਪਿਤਾ, ਹੈ ਕੋਈ ਅਜਿਹਾ ਮਾਲਕ, ਹੈ ਕੋਈ ਹੋਰ ਜਿਹੜਾ ਸਾਨੂੰ ਇੰਨਾ ਜ਼ਿਆਦਾ ਪਿਆਰ ਕਰ ਸਕਦਾ ਹੋਵੇ। ਲੱਭਣਾ ਕੋਈ ਅਜਿਹਾ ਪਿਤਾ ਤੇ ਆਪਾਂ ਗੁਰਮੁਖ ਪਿਆਰਿਓ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ, ਉਸ ਮਾਲਕ ਦੇ ਨਾਲ ਇੰਨਾ ਪਿਆਰ ਪਾ ਲਈਏ ਕਿ ਸਾਨੂੰ ਹੋਰ ਕੁਛ ਸੁੱਝੇ ਹੀ ਨਾ। ਹਰ ਪਲ, ਹਰ ਛਿਨ ਗੁਰਮੁਖ ਪਿਆਰਿਓ ਉਸ ਮਾਲਕ ਦੇ ਪਿਆਰ ਦੇ ਵਿੱਚ ਡੁੱਬੇ ਰਹੀਏ। ਕਿਉਂਕਿ ਇੰਨਾ ਪਿਆਰ ਸਾਨੂੰ ਕੋਈ ਨਹੀਂ ਕਰ ਸਕਦਾ।
ਇਸ ਸੰਸਾਰ ਦੇ ਵਿੱਚ ਗੁਰਮੁਖ ਪਿਆਰਿਓ ਆਪਾਂ ਕਿਸੇ ਦੇ ਨਾਲ ਪਰਿਵਾਰ ਦੇ ਵਿੱਚ ਹੀ ਦੇਖਦੇ ਹਾਂ। ਸਾਨੂੰ ਪਹਿਲਾਂ ਆਪਣੇ ਆਪ ਨੂੰ ਪ੍ਰਟੈਂਡ ਕਰਨਾ ਪੈਂਦਾ। ਸਮਾਜ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਚੰਗੇ ਬਣਨਾ ਪੈਂਦਾ, ਅਗਲੇ ਦੇ ਹੁਕਮ ਦੇ ਵਿੱਚ ਰਹਿਣਾ ਪੈਂਦਾ, ਫਿਰ ਜਾ ਕੇ ਅਗਲਾ ਆਪਾਂ ਨੂੰ ਸਹੀ ਸਮਝਦਾ। ਜੇ ਹੁਣ ਮਾਲਕ ਨੂੰ ਪਤਾ ਅੰਦਰੋਂ ਵਿਰਤੀ ਵੀ ਸਾਡੀ ਕਿਹੋ ਜਿਹੀ ਆ, ਬਾਹਰੋਂ ਬੇਸ਼ੱਕ ਅਸੀਂ ਭੇਸ ਬਣਾਇਆ, ਸਾਡੀ ਅੰਦਰੋਂ ਚੱਲਦੀ ਵੀ ਨਹੀਂ, ਮੈਲ ਦੇ ਭਰੇ ਹੋਏ ਆ। ਸਾਡੀ ਮੈਲ ਸਿਰਫ ਤੇ ਸਿਰਫ ਨਾਮ ਦੇ ਦੁਆਰਾ, ਵਾਹਿਗੁਰੂ ਗੁਰਮੰਤਰ ਦੇ ਦੁਆਰਾ ਉਤਰ ਸਕਦੀ ਹੈ। ਤੇ ਹੁਣ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਰੀ ਹੈ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ। ਨਾਮ ਦੇ ਦੁਆਰਾ ਮਾਲਕ ਪਹਿਲਾਂ ਸਾਡੀ ਸੁਰਤੀ ਦਾ ਇਸ਼ਨਾਨ ਕਰਾਉਂਦੇ ਆ, ਸਾਨੂੰ ਮੈਲਿਆ ਕੁਚੈਲਿਆਂ ਨੂੰ ਐਕਸੈਪਟ ਕਰਦੇ ਆ। ਗੁਰਮੁਖ ਪਿਆਰਿਓ, ਸੁਰਤੀ ਦਾ ਨਾਮ ਦੇ ਦੁਆਰਾ ਇਸ਼ਨਾਨ ਕਰਾਉਂਦੇ, ਫਿਰ ਸਾਡੀ ਸੁਰਤੀ ਦਾ ਸ਼ਿੰਗਾਰ ਮਾਲਕ ਆਪ ਕਰਦੇ। ਕਿਸੇ ਨੂੰ ਅੰਮ੍ਰਿਤ ਰਸ ਦੇ ਕੇ, ਕਿਸੇ ਨੂੰ ਨਾਮ ਦੇ ਕੇ, ਕਿਸੇ ਨੂੰ ਪ੍ਰਕਾਸ਼ ਦੇ ਦਰਸ਼ਨ ਕਰਾ ਕੇ, ਕਿਸੇ ਨੂੰ ਖੁਸ਼ਬੂਆਂ ਦੇ ਕੇ, ਹੋਰ ਅੱਗੇ ਬਹੁਤ ਬਰੀਕੀ 'ਚ ਫਿਰ ਖੇਡ ਚੱਲਦਾ ਅੱਗੇ ਤੋਂ ਅੱਗੇ। ਤੇ ਗੁਰਮੁਖ ਪਿਆਰਿਓ, ਅਕਾਲ ਪੁਰਖ ਵਾਹਿਗੁਰੂ ਜੀ ਫਿਰ ਆਪਣੇ ਮਨ ਬੱਚਿਆਂ ਨੂੰ ਆਪ ਅੰਗੀਕਾਰ ਕਰਦੇ। ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਭਈ ਰਵਾਲ। ਜੋ ਸਾਡੇ ਦੁਖੀ ਉਹ ਭੱਜ ਜਾਂਦੇ ਜਦੋਂ ਮਾਲਕ ਸਾਡੀ ਰੱਖਿਆ ਤੇ ਆ ਜਾਂਦੇ ਆ। ਸਾਡੇ ਮਨ ਦੀ ਮੈਲ ਆਪ ਉਤਾਰਦੇ, ਕੰਠ ਲਾਈ ਰਾਖੀ ਜਨ ਆਪਣੇ ਉਦਰ लिए ਲਾਏ ਆਪਣੇ ਪਾਲ। ਉਹ ਕਹਿੰਦੇ ਵੀ ਫਿਰ ਕੰਠ ਦੇ ਨਾਲ ਲਾ ਕੇ ਰੱਖਦੇ, ਭਾਵ ਸਾਗਰ ਚੋਂ ਮੈਲੇ ਕੁਚੈਲਿਆਂ ਨੂੰ ਕੱਢ ਕੇ ਆਪਣੇ ਗਲ ਦੇ ਨਾਲ, ਆਪਣੇ ਕੰਠ ਦੇ ਨਾਲ ਲਾ ਕੇ ਰੱਖਦੇ, ਸਾਡਾ ਉਧਾਰ ਕਰਾਉਂਦੇ ਨੇ ਇਹਨਾਂ ਦੇ ਵਿੱਚੋਂ। ਆਪ ਕਿਰਪਾ ਕਰਦੇ ਸੱਚੇ ਪਾਤਸ਼ਾਹ, ਇੰਨੇ ਕਿਰਪਾਲੂ ਦਿਆਲੂ ਆ ਗੁਰਮੁਖ ਪਿਆਰਿਓ। ਸਾਡੇ ਗੁਣ ਤੇ ਅਵਗੁਣ ਦੋਨੋਂ ਹੀ ਨਹੀਂ ਵਿਚਾਰਦੇ, ਬਿਲਕੁਲ ਨਹੀਂ ਵਿਚਾਰਦੇ ਗੁਰਮੁਖ ਪਿਆਰਿਓ। ਸਾਡੇ ਕਿਸੇ ਵੀ ਗੁਣ ਦੇ ਆਧਾਰ ਤੇ ਨਹੀਂ ਦੇਖਦੇ ਹੀ ਨਹੀਂ ਮਾਲਕ। ਸਾਨੂੰ ਦਰਗਾਹ ਦੇ ਵਿੱਚੋਂ ਆਪ ਸੁਰਖਰੂ ਕਰਾਉਂਦੇ ਨੇ, ਆਪ ਮਾਫੀ ਦਿੰਦੇ ਨੇ, ਕਿਉਂਕਿ ਸਾਨੂੰ ਤਾਂ ਯਾਦ ਵੀ ਨਹੀਂ ਕਿ ਪਿਛਲੇ ਕਿੰਨੇ ਜਨਮ, ਕਿੰਨੀਆਂ ਜੂਨਾਂ 'ਚ ਕਿੰਨੇ ਪਾਪ ਕੀਤੇ ਨੇ। ਸਾਡੇ ਵੱਲੋਂ ਕੀਤੇ ਹੋਏ ਅਣਗਿਣਤ ਪਾਪਾਂ ਦੀ ਮਾਫੀ ਦੇ ਕੇ ਫੇਰ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ। ਸਾਨੂੰ ਵੱਡੇ ਭਾਗਾਂ ਵਾਲਿਆਂ ਦੀ ਗਿਣਤੀ ਦੇ ਵਿੱਚ ਮਾਲਕ ਰੱਖਦੇ ਨੇ। ਹੁਣ ਗੁਰਮੁਖ ਪਿਆਰਿਓ ਦੇਖੋ, ਸਾਡੇ ਘਰੇ ਕਿੰਨਾ ਵੱਡਾ ਨਿਧਾਨ ਖਜ਼ਾਨਾ। ਤੇ ਜੇ ਇਹ ਗਿਆਨ ਆਪਾਂ ਸੱਚ ਦੀ ਸੰਗਤ ਚੋਂ, ਜੋ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਾਹੀਂ ਸਾਨੂੰ ਦਿੰਦੇ ਨੇ, ਤੇ ਮਹਾਰਾਜ ਫਿਰ ਸਾਨੂੰ ਨਾਲ ਇਹ ਫਰਮਾਉਂਦੇ ਵੀ ਨੇ, ਨਾਨਕ ਨਾਮ ਮਿਲੇ ਵਡਿਆਈ, ਏਦੂ ਉੱਪਰ ਕਰਮ ਨਹੀਂ, ਘਰ ਹੁੰਦੇ ਮੰਗਣ ਜਾਈਏ, ਫਿਰ ਉਲਾਂਭਾ ਮਿਲੇ ਤਈ। ਕਹਿੰਦੇ ਸਾਰਾ ਕੁਝ ਤੁਹਾਨੂੰ ਦੇ ਕੇ ਭੇਜਿਆ, ਤੇ ਤੁਹਾਡੇ ਮਾਲਕ ਦੇ ਕੋਲ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਨਹੀਂ ਸੋ ਪਾਵੇ। ਹੁਣ ਕਹਿੰਦੇ ਸਾਰਾ ਕੁਝ ਤੁਹਾਡੇ ਮਾਲਕ ਦੇ ਕੋਲ ਹੈ। ਕਹਿੰਦੇ ਤੁਸੀਂ ਘਰੇ ਹੁੰਦੇ ਹੋਏ ਆਪਦੇ ਘਰੇ, ਸਾਡਾ ਘਰ ਕੀ ਆ, ਨਿਜ ਕਰ ਮਹਿਲ ਥਿਰ ਕਰ ਮਹਿਲ, ਸਾਡੇ ਅੰਦਰ ਹੀ ਸਾਰਾ ਕੁਝ ਸਾਨੂੰ ਦੇ ਕੇ ਭੇਜਿਆ ਮਾਲਕ ਨੇ। ਕਹਿੰਦੇ ਉੱਥੇ ਸਭ ਕੁਝ ਹੁੰਦਿਆਂ ਹੋਇਆਂ ਤੁਸੀਂ ਫਿਰ ਕਾਲ ਦੇ ਕੋਲ ਮੰਗਣ ਜਾਂਦੇ ਹੋ, ਫਿਰ ਇਹਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਹੋ, ਤੇ ਕਹਿੰਦੇ ਫਿਰ ਤੁਸੀਂ ਕਿਹਨੂੰ ਉਲਾਂਭਾ ਦਓਗੇ। ਗਲਤੀ ਤਾਂ ਆਪਣੀ ਆ ਨਾ, ਕਿਉਂਕਿ ਗੁਰਮੁਖ ਪਿਆਰਿਓ, ਜਿਹੜੇ ਤਾਂ ਸੱਚ ਦੀ ਸੰਗਤ 'ਚ ਨਹੀਂ ਆਉਂਦੇ, ਜਿਨ੍ਹਾਂ ਨੂੰ ਤਾਂ ਉਹਨਾਂ ਦੇ ਕਰਮਾਂ ਦੇ ਕਰਕੇ ਮਾਲਕ ਨਾਲ ਵਿਛੋੜਾ ਪਿਆ ਹੋਇਆ, ਉਹਨਾਂ ਦੀ ਤਾਂ ਵਿਚਾਰ ਕੀ ਕਰੀਏ। ਹੁਣ ਜਿਹੜੇ ਗੁਰਮੁਖ ਸੱਚ ਦੀ ਸੰਗਤ ਦੇ ਵਿੱਚੋਂ ਆ ਕੇ ਲੈਸਨ ਦ੍ਰਿੜ ਕਰਕੇ ਫਿਰ ਆਪਾਂ ਭੁੱਲ ਜਾਈਏ, ਫਿਰ ਤਾਂ ਗੁਰਮੁਖ ਪਿਆਰਿਓ ਮਾਲਕ ਵੀ ਦੇਖਦੇ ਨੇ ਨਾ, ਇੰਨੀ ਕਿਰਪਾ ਹੋਣ ਦੇ ਬਾਵਜੂਦ ਵੀ ਆਪਾਂ ਇਹ ਜੋ ਕੁਰੈਤਾਂ ਨੇ, ਚੁਗਲੀ, ਨਿੰਦਿਆ, ਈਰਖਾ, ਦੁਬਿਧਾ, ਹਉਮੈ, ਇਹਨਾਂ ਤੋਂ ਪਰਹੇਜ਼ ਕਰਨਾ ਗੁਰਮੁਖ ਪਿਆਰਿਓ, ਛੱਡਣਾ ਇਹਨਾਂ ਨੂੰ। ਇਹਨਾਂ ਤੋਂ ਬਿਨਾਂ ਸਾਡਾ ਜੋ ਜੀਵਨ ਹੈ ਉਹ ਪੋਸੀਬਲ ਹੈ ਬਿਲਕੁਲ। ਇਹਨਾਂ ਦਾ ਪਰਹੇਜ਼ ਕਰਦੇ ਸਵਾਸਾਂ ਦਾ ਵੱਧ ਤੋਂ ਵੱਧ ਧਨ ਜਮ੍ਹਾਂ ਕਰਾਉਣਾ, ਮਾਲਕ ਦੇ ਖਜ਼ਾਨੇ ਦੇ ਵਿੱਚ ਸਿਫਤ ਸਲਾਹ ਕਰਨੀ, ਸਿਫਤ ਸਲਾਹ ਸੁਣਨੀ,
ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਨ ਦੇ ਵਿੱਚ ਵਸਾ ਕੇ ਰੱਖਣਾ, ਯਾਦ ਰੱਖਣਾ, ਭੁੱਲਣਾ ਨਹੀਂ ਕਦੇ ਵੀ। ਫਿਰ ਤੁਸੀਂ ਆਪ ਮਹਿਸੂਸ ਕਰੋਗੇ ਕਿ ਤੁਹਾਡੇ ਅੰਦਰ ਜਰਨ ਸ਼ਕਤੀ, ਨਿਮਰਤਾ, ਸਹਿਣਸ਼ੀਲਤਾ, ਦਇਆ ਅਜਿਹੇ ਗੁਣ ਆਉਣੇ ਸ਼ੁਰੂ ਹੋ ਜਾਂਦੇ, ਕਿਉਂਕਿ ਗੁਰਮੁਖ ਪਿਆਰਿਓ ਮਾਲਕ ਦੇ ਹੋਣ ਦਾ ਅਹਿਸਾਸ ਹੋ ਜਾਂਦਾ, ਸਾਹਮਣੇ ਬੈਠਾ ਖੇਡ ਦੇਖ ਰਿਹਾ। ਪਿਓ ਸਾਹਮਣੇ ਹੋਵੇ ਤੇ ਪੁੱਤ ਦੀ ਹਿੰਮਤ ਨਹੀਂ ਹੈ ਕਿ ਪਿਓ ਦੇ ਸਾਹਮਣੇ ਪੁੱਤ ਕੋਈ ਗਲਤੀ ਕਰ ਲਏ। ਹੁਣ ਪਿਓ ਨੂੰ ਭੁੱਲਦੇ ਆ ਤੇ ਪੁੱਤ ਅਣਗਿਣਤ ਗਲਤੀਆਂ ਕਰਦਾ, ਜਦ ਪਿਓ ਸਾਹਮਣੇ ਬੈਠਾ ਦੇਖ ਰਿਹਾ ਤੇ ਫਿਰ ਡਰ ਹੋਊਗਾ ਨਾ। ਗਲਤੀ ਨਹੀਂ ਕਰਾਂਗੇ, ਉਹ ਕੰਮ ਨਹੀਂ ਕਰਾਂਗੇ ਜੋ ਸਾਡੇ ਮਾਲਕ ਨੂੰ ਨਾ ਭਾਉਂਦਾ ਹੋਵੇ, ਉਹ ਕਾਰਜ ਕਰਾਂਗੇ ਜੋ ਉਹਨੂੰ ਭਾਉਂਦਾ, ਉਹਨੂੰ ਪੁੱਛ-ਪੁੱਛ ਕੇ ਚੱਲਾਂਗੇ। ਉਹਦਾ ਡਰ ਹੋਊਗਾ, ਉਹਦੇ ਪਿਆਰ ਦੇ ਵਿੱਚ ਭਿੱਜੇ ਹੋਏ ਹੋਵਾਂਗੇ। ਸੋ ਇਸ ਕਰਕੇ ਇਹ ਸਾਰਾ ਜੋ ਨਿਚੋੜ ਉਹ ਇਹੀ ਆ ਕਿ ਜਿੰਨਾ ਸਮਾਂ ਖੋਜ ਕਰਾਂਗੇ, ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਾਂਗੇ, ਮਨ ਥਿਰ ਹੋਏਗਾ, ਸਾਸ ਗ੍ਰਾਸ ਸਿਮਰਨ ਕਰਾਂਗੇ, ਫਿਰ ਸਾਸ-ਸਾਸ ਦੀ ਅਵਸਥਾ ਬਣੇਗੀ, ਫਿਰ ਰੋਮ-ਰੋਮ ਦੀ ਅਵਸਥਾ ਬਣੇਗੀ, ਫਿਰ ਅੰਦਰ ਸਹਿਜ ਸੁਭਾਏ ਸਹਿਜ ਪ੍ਰਗਟ ਹੋਣਾ ਸ਼ੁਰੂ ਹੋਏਗਾ। ਸਭ ਤੋਂ ਵੱਡੀ ਪਾਵਰ ਆ ਸਾਡੇ ਮਨ ਦੀ ਸਹਿਜ ਦੇ ਵਿੱਚ ਰਹਿਣਾ, ਜਿੱਥੇ ਪੌਣ ਸਾਨੂੰ ਉਡਾ ਨਹੀਂ ਸਕਦੀ, 5 ਜਣੇ ਸਾਨੂੰ ਵਿਚਾਰ ਫੁਰਨਿਆਂ ਦੇ ਵਿੱਚ ਉਲਝਾ ਨਹੀਂ ਸਕਦੇ। ਸਹਿਜ ਦੇ ਵਿੱਚ ਰਹਿਣ ਵਾਸਤੇ ਹੀ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਲਕ ਦੇ ਉਪਦੇਸ਼ ਨੂੰ ਮੰਨਣਾ, ਪੜ੍ਹਨਾ, ਸੁਣਨਾ, ਵਿਚਾਰਨਾ ਕਿ ਸਾਡੇ ਅੰਦਰ ਸਹਿਜ ਕਿਵੇਂ ਪ੍ਰਗਟ ਹੋਵੇ। ਇਹਨਾਂ ਦਾ ਕੰਮ ਹੈ ਸਹਿਜ 'ਚੋਂ ਸਾਨੂੰ ਬਾਹਰ ਅਗਨ ਦੇ ਵਿੱਚ ਲੈ ਕੇ ਆਉਣਾ। ਤੇ ਗੁਰਮੁਖ ਪਿਆਰਿਓ, ਇੰਨੀਆਂ ਕੁ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰ ਲੈਣਾ ਜੀ। ਗੁਰਬਾਣੀ ਗੁਰੂ 'ਚੋਂ ਵਿਚਾਰਾਂ ਕੀਤੀਆਂ ਨੇ, ਸਮਾਂ ਸਮਾਪਤ ਹੋ ਚੁੱਕਾ ਆਪਣਾ। ਵਿਚਾਰਾਂ ਕਰਦਿਆਂ ਸਾਡੇ ਤੋਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਗਲਤੀਆਂ, ਭੁੱਲਾਂ ਹੋ ਗਈਆਂ, ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ। ਆਪ ਸੰਗਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣਯੋਗ ਸਾਨੂੰ ਬਖਸ਼ ਲੈਣਾ ਜੀ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਨਾਨਕ ਨਾਮ ਚੜ੍ਹਦੀ ਕਲਾ, ਤੇਰੀ ਬਾਣੀ ਸਰਬੱਤ ਦਾ ਭਲਾ। ਆਪ ਸੰਗਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਿਨ ਕੋਟ ਵਾਰ ਧੰਨਵਾਦ, ਜਿਨ੍ਹਾਂ ਨੇ ਆਪਣੇ ਸਾਰਿਆਂ ਦੇ ਸਵਾਸਾਂ ਨੂੰ ਲੇਖੇ ਦੇ ਵਿੱਚ ਲਾਇਆ ਹੈ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।